ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਅਸੀਂ ਤੁਹਾਡੇ ਸਨਮੁਖ ਹਾਂ ਉਹ ਪ੍ਰੋਗਰਾਮ ਲੈ ਕੇ ਜਿਸ ਨਾਲ ਅਸੀਂ ਤੁਹਾਡੀ ਹਮੇਸ਼ਾ ਸਾਂਝ ਪਵਾਈ ਹੈ। ਪੰਜਾਬ ਫੋਕਸ ਵਿੱਚ ਮੇਰੇ ਨਾਲ ਬੈਠੇ ਨੇ ਸੰਜੀਵ ਖੰਨਾ ਜੀ, ਔਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਮੁੱਦਿਆਂ ਨੂੰ ਫਿਰ ਅਸੀਂ ਤੁਹਾਡੇ ਤੱਕ ਪਹੁੰਚਾਈਏ ਜਿਹੜੇ ਖਾਸ ਤੌਰ ਤੇ ਪੰਜਾਬ ਵਿੱਚ ਵਾਪਰੇ ਨੇ, ਔਰ ਉਹ ਹਰ ਪਾਰਟੀ ਦੇ ਵਿੱਚੋਂ ਅਸੀਂ ਉਹ ਮੁੱਦੇ ਲਵਾਂਗੇ। ਔਰ ਮੇਰੀ ਗੁਜ਼ਾਰਿਸ਼ ਹੈ ਕਿ ਖੰਨਾ ਜੀ ਉਹ ਮੁੱਦਾ ਲਓ ਜਿਹੜਾ ਇਸ ਵੇਲੇ ਬੜਾ ਭਖਿਆ ਤੇ ਪੰਜਾਬ ਦੇ ਲੋਕ ਵੀ ਉਹਦੇ ਨਾਲ ਬੜੇ ਦੋ ਚਾਰ ਹੋ ਰਹੇ ਆ, ਔਰ ਪ੍ਰਵਾਸੀ ਭਾਰਤੀ ਵੀ। ਪਖਿਆ ਤਾਂ ਬਹੁਤ ਵਧੀਆ ਸ਼ਬਦ ਤੁਸੀਂ ਇਸਤੇਮਾਲ ਕੀਤਾ। ਉਹ ਜਿਵੇਂ ਹੁੰਦਾ ਨਾ ਕੋਈ ਤੱਤੀ ਚੀਜ਼ ਖਾਓ, ਬੰਦਾ ਕਰਦਾ ਫੁੱਕਾ ਮਾਰ ਕੇ ਖਾਂਦਾ, ਖਾਸ ਕਰਕੇ ਉਬਲੇ ਹੋਏ ਆਲੂ ਸਵਾਦ ਲੱਗਦੇ। ਹਾਂ, ਕਹਿੰਦੇ ਨੇ ਨਾ ਆਲੂ ਦਾ ਪਰੌਂਠਾ ਜ਼ਿਆਦਾ ਗਰਮ ਹੋਵੇ ਆਰਾਮ ਨਾਲ ਖਾ, ਨਹੀਂ ਤਾਂ ਜੇ ਤਾਲੂ ਨੂੰ ਚਿਪਕ ਗਿਆ ਨਾ ਆਲੂ, ਫਿਰ ਨਾਨੀ ਰਾੜ ਕੇ ਦਿਓ, ਪਰੌਂਠੇ ਰਾੜ ਕੇ ਦਿਓ, ਦੁੱਧ ਕਾੜ ਕੇ ਪਰੌਂਠੇ ਰਾੜ ਕੇ ਦਿਓ। ਮੇਰੇ ਮੂੰਹ 'ਚ ਹੀ ਪਰੌਂਠਾ ਆ ਗਿਆ ਸੀ, ਗੱਲ ਹੀ ਅੜ ਗਈ। ਹਾਂ ਬਿਲਕੁਲ। ਚਲੋ ਗੱਲ ਬਾਹਰ ਕੱਢਦੇ ਹਾਂ। ਉਹ ਕਿਹੜੀ ਗਰਮ ਚੀਜ਼ ਹੈ? ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ ਜੀ, ਉਹਨਾਂ ਨੇ ਕੀ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਥੇਬੰਦਕ ਢਾਂਚਾ ਹੈ ਜੀ, ਉਹਨੂੰ ਟੋਟਲ ਖੇਰੂ ਕਰਤਾ ਜੀ, ਭੰਗ ਕਰਤਾ। ਕਹਿੰਦੇ ਹੁਣ ਨਵੇਂ ਸਿਰੇ ਤੋਂ ਸਿਰਜਾਂਗੇ, ਇੱਕ ਨਵਾਂ ਢਾਂਚਾ ਬਣਾਉਂਦੇ ਆ, ਕਿਉਂਕਿ ਰਿਵਾਈਵ ਹੋ ਰਿਹਾ ਨਾ। ਤੁਸੀਂ ਕਹਿੰਦੇ ਰਹਿੰਦੇ ਹੋ ਆਤਮ ਮੰਥਨ, ਪਤਾ ਨਹੀਂ ਕਿੱਦਾਂ ਦੇ ਸ਼ਬਦ ਤੁਸੀਂ ਲੱਭ ਕੇ ਲੈ ਕੇ ਆਉਂਦੇ ਹੋ, ਉਹ ਮੇਰੇ ਮੂੰਹ 'ਚ ਹੀ ਅੜ ਜਾਂਦੇ ਨੇ। ਆਤਮ ਮੰਥਨ, ਚਲੋ ਆਤਮ ਮੰਥਨ ਹੋ ਰਿਹਾ ਜੀ, ਢਾਂਚਾ ਟੁੱਟ ਗਿਆ। ਹੁਣ ਨਵਾਂ ਕੀ ਕਰਨਾ? ਇੱਕ ਹੀ ਨਵਾਂ ਜਾਦੂ ਕਰਨਗੇ ਬਾਦਲ ਸਾਹਿਬ? ਤੁਸੀਂ ਸਾਨੂੰ ਦੱਸੋ ਜ਼ਰਾ। ਸੁਖਬੀਰ ਭਾਜੀ ਸਾਡੇ, ਇਹ ਦੇਖੋ ਜੀ, ਬੜੀ ਪ੍ਰਮੁੱਖ ਪਾਰਟੀ ਆ ਜਿਹੜੀ ਸਾਡੀ ਅਕਾਲੀ ਦਲ ਸੈਡ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਐਸ ਫਾਰ ਸ਼੍ਰੋਮਣੀ ਔਰ ਅਕਾਲੀ ਦਲ ਬੜੀ ਪੁਰਾਣੀ ਪਾਰਟੀ ਆ। ਔਰ ਸ਼੍ਰੋਮਣੀ ਅਕਾਲੀ ਦਲ 1925 ਤੋਂ ਕਦੋਂ ਤੋਂ ਇਹ ਸੰਸਥਾ ਬਣਾਈ ਧਾਰਮਿਕ, ਔਰ ਪੰਜਾਬ ਦੇ ਲੋਕ ਇਹਦੇ ਲਈ ਬੜਾ ਸਤਿਕਾਰ ਕਰਦੇ ਆ, ਇਹਦੇ ਲਈ ਬੜਾ ਮਾਣ ਹੈ ਲੋਕਾਂ ਨੂੰ। ਔਰ ਬਾਦਲ ਸਾਹਿਬ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਵੀ ਹੈ, ਕਿੰਨੀ ਟਰਮਸ ਆਏ ਵੀ ਆ, ਔਰ ਸਿਆਣੇ ਨੀਤੀਵਾਨ ਨੇਤਾ ਵੀ ਨੇ। ਔਰ ਜਦੋਂ ਦੇ ਸੁਖਬੀਰ ਬਾਦਲ ਜੀ ਆਏ ਆ, ਫਿਰ ਥੋੜ੍ਹਾ ਜਿਹਾ ਕੰਮ ਲੋਕਾਂ ਨੂੰ ਥੋੜ੍ਹੀ ਜਿਹੀ ਨਫ਼ਰਤ ਵੀ ਹੋਈ, ਲੋਕ ਦੂਰ ਵੀ ਗਏ, ਔਰ ਇਹ ਸ਼ਰੇਆਮ ਗੱਲ ਹੈਗੀ ਆ। ਤਾਂ ਇਹਦਾ ਸਿੱਟਾ ਇਹ ਹੈਗਾ, ਜਦੋਂ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਮੋਹਰਲੀ ਕਤਾਰ 'ਚ ਆਣ ਬੈਠੀ, ਹੁਣ ਇਹਨਾਂ ਨੂੰ ਪਤਾ ਲੱਗਾ ਕਿ ਅਸੀਂ ਫਿਰ ਆਪਣੇ ਪਾਰਟੀ ਨੂੰ ਵੇਖੀਏ ਕਿਸ ਨੁਕਰੇ ਲੱਗ ਗਏ ਲੋਕ, ਕਿਉਂ ਅਸੀਂ ਹਾਰ ਗਏ ਹਾਂ, ਕਿਉਂ ਸਾਡਾ ਇਮੇਜ ਖਰਾਬ ਹੋ ਗਿਆ, ਕਿਉਂ ਸਾਡੀ ਤਸਵੀਰ ਇਸ ਵੇਲੇ ਧੁੰਦਲੀ ਨਜ਼ਰ ਆ ਰਹੀ ਹੈ। ਔਰ ਇਹਦੇ 'ਚ ਇਹਨਾਂ ਨੇ ਇਹ ਕੀਤਾ ਕਿ ਇੱਕ ਪਾਰਟੀ ਬਣਾਈ ਸੀ ਕੋਰ ਕਮੇਟੀ, ਉਹਦੇ 'ਚ ਉਹਨਾਂ ਨੇ ਇਕਬਾਲ ਸਿੰਘ ਝੁੰਦਾ ਉਹਨਾਂ ਨੂੰ ਰੱਖਿਆ ਸੀਗਾ, ਔਰ ਉਹਨਾਂ ਨੇ ਉਹਦੀ ਰਿਪੋਰਟ ਦਿੱਤੀ ਕਿ ਇਸ ਵੇਲੇ ਜਿਹੜੀਆਂ ਇਹਦੇ 'ਚ ਕੀ ਊਣਤਾਈਆਂ ਨੇ, ਕਿੱਥੋਂ ਤੱਕ ਹੈਗਾ। ਪਰ ਇੱਥੇ ਵੀ ਮਸਲਾ ਖੜਾ ਹੋ ਗਿਆ ਕਿ ਇਹਦੇ ਵਿੱਚ ਇਹਦਾ ਪਾਰਟੀ ਦਾ ਜਿਹੜਾ ਪ੍ਰਮੁੱਖ ਨੇਤਾ ਨੂੰ ਬਦਲ ਦਈਏ। ਬਿਲਕੁਲ ਸਹੀ ਗੱਲ ਹੈ। ਤਾਂ ਬਦਲਣਾ ਕਿਹਨੂੰ ਸੀਗਾ? ਅਕਾਲੀ ਦਲ ਦੇ ਨੇਤਾ ਜਿਹੜੇ ਸੁਖਬੀਰ ਬਾਦਲ ਜੀ। ਪਰ ਰਿਪੋਰਟ ਜੋ ਦਿੱਤੀ ਕੋਰ ਕਮੇਟੀ ਨੇ, ਫਿਰ ਸਿੱਧੀ ਜਿਹੜੀ ਕਮੇਟੀ ਕੋਲ ਆ ਗਈ, ਉਹਨਾਂ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਉਹ 'ਚ ਬਲਵਿੰਦਰ ਸਿੰਘ ਭੁੰਦੜ ਜੀ ਦਾ ਬਿਆਨ ਸੀਗਾ, ਔਰ ਉਹਦੇ 'ਚ ਬਾਕੀ ਜਿਹੜੇ ਨੇਤਾ ਨੇ ਉਹਨਾਂ ਨੇ, ਚੰਦੂ ਮਾਜਰਾ ਜੀ ਦਾ ਬਿਆਨ ਸੀਗਾ ਕਿ ਅਸੀਂ ਇਸ ਪਾਸੇ ਨਹੀਂ ਜਾਵਾਂਗੇ, ਕਿ ਅਕਾਲੀ ਦਲ ਦੇ ਜਿਹੜੇ ਪ੍ਰਮੁੱਖ ਨੇਤਾ ਨੇ ਉਹਨਾਂ ਨੂੰ ਨਹੀਂ ਹਟਾਵਾਂਗੇ। ਲੋਕਾਂ ਦੀ ਸਹਿਮਤੀ ਹੈਗੀ ਆ। ਉਹ ਪਤਾ ਨਹੀਂ ਕੀ ਇਹਨਾਂ ਨੇ ਵਿੱਚੇ ਰਲ ਗੋਬਾ ਮਾਰ ਕੇ ਤੇ ਉਹਨਾਂ ਨੂੰ ਫਿਰ ਪ੍ਰਧਾਨ ਬਣਾ ਲਿਆ। ਫਿਰ ਲੋਕਾਂ 'ਚ ਉਹਨਾਂ 'ਚ ਥੋੜ੍ਹੀ ਗੜਬ ਹੋਈ, ਫਿਰ ਰੌਲਾ ਪਿਆ। ਫਿਰ ਇਹਨਾਂ ਨੇ ਕਿਹਾ ਕਿਉਂ ਨਾ ਇਹਦਾ ਤਾਣਾ ਬਾਣਾ ਜਿਹੜਾ ਬਣਿਆ ਉਹਨੇ ਹੈਗਾ, ਇਹਨੂੰ ਇੱਕ ਪਾਸੇ ਕਰ ਦਈਏ, ਨਵੇਂ ਸਿਰਿਓਂ ਫਿਰ ਨੁਮਾਇੰਦਗੀ ਦਈਏ ਲੋਕਾਂ ਨੂੰ। ਉਹ 'ਚ ਇਸਤਰੀਆਂ ਵੀ ਆਉਣ, ਜਵਾਨ ਵੀ ਆਉਣ, ਉਹ 'ਚ ਬੁੱਢੇ ਵੀ ਆਉਣ, ਬਾਲਗ ਵੀ ਆਉਣ, ਸਾਰੇ ਇਕੱਠੇ ਕਰ ਲਓ। ਜਿੱਥੇ ਜਿੱਦਾਂ ਯੂਥ ਅਕਾਲੀ ਦਲ ਸਾਰਾ ਕੁਝ ਇਕੱਠਾ ਕਰ ਦਿਓ। ਸਭ ਕੁਝ ਠੀਕ ਹੈ ਜੀ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਪ੍ਰਧਾਨ ਤੇ ਸੁਖਬੀਰ ਬਾਦਲ ਹੀ ਰਹਿਣਗੇ? ਜੀ ਬਸ ਠੀਕ ਹੈ। ਉਹਨਾਂ ਨੂੰ ਜਿਹੜੀ ਕੁਝ ਸੂਟ ਕਰੇਗਾ ਉਹ ਪਿਰਾਮਿਡ ਉਦਾਂ ਹੀ ਬਣੇਗਾ। ਉੱਤੇ ਬੈਠਣਗੇ ਸੁਖਬੀਰ ਬਾਦਲ ਸਾਹਿਬ, ਥੱਲੇ ਉਹੀ ਪਿਰਾਮਿਡ ਬਣੇਗਾ ਜਿਹੜਾ ਉਹਨਾਂ ਨੂੰ ਸੂਟ ਕਰੇਗਾ। ਹੁਣ ਗੱਲ ਇਹਦੇ 'ਚ ਦੋ ਆਉਂਦੀਆਂ ਨੇ ਕਿ ਸੁਖਬੀਰ ਬਾਦਲ ਸਾਹਿਬ ਆਪਣੇ ਆਪ ਨੂੰ ਰਿਵਾਈਵ ਕਰ ਰਹੇ ਨੇ ਕਿ ਪਾਰਟੀ ਨੂੰ ਰਿਵਾਈਵ ਕਰ ਰਹੇ ਨੇ। ਦੋਵਾਂ ਦਾ ਕੰਬੀਨੇਸ਼ਨ ਬਣਾ ਕੇ ਆਪਣੇ ਮੁਤਾਬਿਕ ਢਾਂਚਾ ਬਣਾ ਰਹੇ ਨੇ। ਬਿਲਕੁਲ ਆਪਣੇ ਮੁਤਾਬਿਕ ਹੀ ਬਣਾਉਣਗੇ, ਠੀਕ ਹੈ ਨਾ। ਹੁਣ ਜਿਹੜੀ ਗੱਲ ਰਹੀ ਆਤਮ ਮੰਥਨ ਦੀ, ਆਤਮ ਮੰਥਨ ਤੇ ਉਸ ਦਿਨ ਹੀ ਕਲੀਅਰ ਹੋ ਗਿਆ ਸੀਗਾ ਕਿ ਤੁਸੀਂ ਜੋ 10 ਸਾਲ 'ਚ ਕਾਰਗੁਜ਼ਾਰੀ ਕੀਤੀ ਹੈ, ਕਿਉਂਕਿ ਤੁਸੀਂ ਰਿਪੀਟ ਹੋਏ ਸੀ 10 ਸਾਲ ਲਗਾਤਾਰ ਤੁਸੀਂ ਰਾਜ ਕੀਤਾ। ਤੁਸੀਂ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਕਿ ਲੋਕਾਂ ਦੀਆਂ ਅੱਖਾਂ ਦੇ ਤਾਰੇ ਬਣ ਸਕੋ। ਲੋਕਾਂ ਨੇ ਤੁਹਾਨੂੰ ਨਹੀਂ ਜਿਤਾਇਆ, ਕਾਂਗਰਸ ਆ ਗਈ, ਤੇ ਹੁਣ ਤੇ ਬਿਲਕੁਲ ਹੀ ਸਫਾ ਛੱਟ ਜਿਹਨੂੰ ਕਹਿੰਦੇ ਆਪਾਂ, ਉਹ ਹੋ ਗਿਆ। ਗੱਲ ਇਹ ਆ, ਆਤਮ ਮੰਥਨ ਪਹਿਲਾਂ ਹੀ ਹੋਇਆ ਹੁੰਦਾ ਜਦੋਂ ਬੰਦਾ ਕੋਈ ਕੰਮ ਕਰਦਾ ਨਾ। ਜਦੋਂ ਤੁਸੀਂ ਕੋਈ ਕੰਮ ਕਰਦੇ ਹੋ, ਮੈਂ ਕੋਈ ਕੰਮ ਕਰਦਾ, ਮੈਨੂੰ ਅੰਦਰੋਂ ਹੀ ਪਤਾ ਹੁੰਦਾ ਮੈਂ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ, ਇਹਦਾ ਨਤੀਜਾ ਕੀ ਆਉਣਾ ਮੈਨੂੰ ਪਹਿਲਾਂ ਹੀ ਪਤਾ ਹੁੰਦਾ, ਤੁਹਾਨੂੰ ਵੀ ਪਹਿਲਾਂ ਹੀ ਪਤਾ ਹੁੰਦਾ, ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਹੋਇਆ।
ਵਧੀਆ ਕੰਮ ਕਰੋਗੇ ਤੇ ਵਧੀਆ ਨਤੀਜੇ ਆਉਣਗੇ, ਜੇ ਵਧੀਆ ਕੰਮ ਨਹੀਂ ਕਰੋਗੇ ਤੇ ਵਧੀਆ ਨਤੀਜੇ ਨਹੀਂ ਆਉਣਗੇ। ਹੁਣ ਇਹ ਆਤਮ ਮੰਥਨ ਇੱਕ ਤਰ੍ਹਾਂ ਨਾਲ ਲੋਕ ਦਿਖਾਵਾ ਵੀ ਹੋ ਸਕਦਾ, ਲੋਕਾਂ ਨੂੰ ਦਿਖਾਉਣਾ ਵੀ ਹੋ ਸਕਦਾ ਕਿ ਦੇਖੋ ਜੀ ਅਸੀਂ ਨਵੇਂ ਤੌਰ ਤੇ ਆਪਣੀ ਪਾਰਟੀ ਨੂੰ ਨਵੀਂ ਸਿਰਜਣਾ ਕਰ ਰਹੇ ਹਾਂ, ਅਗਲੀ ਵਾਰ ਖਿਆਲ ਰੱਖਿਓ। ਪਰ ਅਗਲੀ ਵਾਰ ਖਿਆਲ ਰੱਖਣ ਵਾਸਤੇ ਤੇ ਹਜੇ 5 ਸਾਲ ਪਏ ਨੇ। ਗੱਲ ਇੰਨੀ ਕੀ ਆ ਕਿ ਜਦੋਂ ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ ਖੁਦ ਹੀ ਪ੍ਰਧਾਨ ਬਣਨਾ ਚਾਹੁੰਦੇ ਨੇ ਔਰ ਖੁਦ ਪ੍ਰਧਾਨ ਬਣ ਕੇ ਆਪਣੇ ਮੁਤਾਬਿਕ ਪਾਰਟੀ ਦੀ ਸਾਰੀ ਫਾਰਮੇਸ਼ਨ ਕਰਨਾ ਚਾਹੁੰਦੇ ਨੇ, ਤਾਂ ਲੱਗਦਾ ਨਹੀਂ ਕਿ ਕੋਈ ਨਵੀਂ ਚੀਜ਼ ਸਾਹਮਣੇ ਆਏਗੀ। ਉਹੀ ਚੀਜ਼ਾਂ ਰਹਿਣਗੀਆਂ। ਪਹਿਲਾਂ ਬਣਿਆ ਬਣਾਇਆ ਢਾਂਚਾ ਮਿਲਿਆ ਸੀ, ਉਹਨੂੰ ਆਪਣੇ ਮੁਤਾਬਿਕ ਮੋਲਡ ਕਰਦੇ ਸੀ। ਉਹਨੂੰ ਬਣਿਆ ਬਣਾਇਆ ਢਾਂਚਾ ਖਤਮ ਕਰਕੇ ਨਵਾਂ ਢਾਂਚਾ ਬਣਾਉਣਾ, ਉਹਨੂੰ ਮੋਲਡ ਕਰਨ ਦੀ ਲੋੜ ਨਹੀਂ ਪੈਣੀ, ਆਪਣੇ ਮੁਤਾਬਿਕ ਹੀ ਸਾਰਾ ਡਿਜ਼ਾਈਨ ਬਣਾ ਲੈਣਾ। ਇਹ ਦੇਖਣ ਨੂੰ ਲੱਗਦਾ, ਕਿਉਂਕਿ ਗੱਲ ਆਪਾਂ ਪਹਿਲਾਂ ਵੀ ਕਰਦੇ ਆ ਨਾ ਕਿ ਤੁਹਾਡੀ ਨੀਅਤ ਕਿੱਦਾਂ ਦੀ ਹੈ, ਨੀਅਤ ਦੇ ਮੁਤਾਬਿਕ ਹੀ ਤੁਸੀਂ ਕੰਮ ਕਰਦੇ ਹੋ। ਜੇ ਨੀਅਤ ਵਿੱਚ ਤੁਸੀਂ ਆਪਣੇ ਆਪ ਨੂੰ ਲੈ ਕੇ ਚੱਲਣਾ, ਕਿਉਂਕਿ ਅੱਗੇ ਵੀ ਅਕਾਲੀ ਦਲ ਦੇ ਅੰਦਰ ਇਹ ਗੱਲਾਂ ਹੋਈਆਂ ਨੇ ਕਿ ਕੋਈ ਹੋਰ ਬੰਦਾ ਵੀ ਪ੍ਰਧਾਨ ਬਣ ਸਕਦਾ ਹੈ, ਕੋਈ ਹੋਰ ਬੰਦਾ ਵੀ ਕਾਬਿਲ ਬਣ ਸਕਦਾ, ਪਰ ਨਹੀਂ, ਤੁਸੀਂ ਇੱਕ ਪਰਿਵਾਰ ਨੂੰ ਰੱਖਿਆ ਹੋਇਆ ਹੈ, ਮੋਹਰੀ ਰੱਖਿਆ ਹੋਇਆ ਹੈ, ਤੁਸੀਂ ਉਹਦੇ ਮੁਤਾਬਿਕ ਚੱਲਣਾ ਤੇ ਫਿਰ ਚੱਲੋ। ਫਿਰ ਉਹ ਪੰਥਕ ਕਮੇਟੀ ਵਾਲੀ ਗੱਲ ਜਾਂ ਪੁਰਾਣੀਆਂ ਧਾਰਨਾਵਾਂ ਦੀ ਗੱਲ ਕਰਨਾ, ਉਹਦਾ ਕੋਈ ਮਤਲਬ ਨਹੀਂ ਰਹਿ ਜਾਏਗਾ। ਬਾਦਲ ਸਾਹਿਬ ਆਪਣੇ ਮੁਤਾਬਿਕ ਸਾਰੀ ਫਾਰਮੇਸ਼ਨ ਕਰਨਗੇ, ਨਵੀਂ ਸਿਰਜਣਾ ਕੀ ਹੋਣੀ ਹੈ। ਉਹ ਪੁਰਾਣੀ ਚੀਜ਼ 올ਡ ਵਾਈਨ ਨਿਊ ਬੋਟਲ ਵਾਲੀ ਗੱਲ ਹੋ ਜਾਣੀ ਹੈ ਸਰ, ਮੈਨੂੰ ਤਾਂ ਇਹੀ ਲੱਗ ਰਿਹਾ। ਹਾਂ, ਪਰ ਇਹੀ ਗੱਲ ਹੈ ਕਿ ਜੇ ਅਸੀਂ ਦੁਬਾਰਾ ਉਸ ਗੱਲ ਨੂੰ ਦੁਹਰਾਈਏ ਕਿ ਰਿਓੜੀ ਕਲਚਰ ਵਾਲੀ ਗੱਲ ਨਹੀਂ ਹੋਣੀ, ਔਰ ਅਸੀਂ ਚਾਹੁੰਦੇ ਹਾਂ ਕਿ ਇਹ ਪਹਿਲਾਂ ਵੀ ਇਸ ਪਾਰਟੀ 'ਚ ਦਫਾੜ ਹੋ ਗਿਆ। ਜਿਹੜੇ ਪ੍ਰਮੁੱਖ ਨੇਤਾ ਸੀ ਇਹਨਾਂ ਦੇ, ਸਿਆਣੇ ਸੀਗੇ, ਸੂਝਵਾਨ ਸੀਗੇ, ਜਿਨ੍ਹਾਂ 'ਚ ਉੱਭਰ ਕੇ ਨਾਂ ਆਉਂਦਾ ਹੈ ਆਪਣੇ ਸੁਖਦੇਵ ਸਿੰਘ ਢੀਂਡਸਾ ਜੀ ਦਾ, ਹਾਂਜੀ, ਹੈ ਨਾ। ਫਿਰ ਬ੍ਰਹਮਪੁਰਾ ਸਾਹਿਬ ਜੀ ਨੇ, ਉਹ ਬੜੇ ਪੁਰਾਣੇ ਲੀਡਰ ਆ, ਔਰ ਉਹਦੇ ਨਾਲ ਸੇਖਵਾਂ ਸਾਹਿਬ ਤਾਂ ਹੈ ਨਹੀਂ, ਹੁਣ ਦੁਨੀਆ 'ਚ ਚਲੇ ਗਏ ਆ। ਉਹਨਾਂ ਨੇ ਇਹ ਰੰਜਿਸ਼ ਕੀਤੀ ਸੀ ਔਰ ਗੁੱਸਾ ਕੀਤਾ ਕਿ ਸਾਨੂੰ ਤਾਂ ਫਿਰ ਅੱਗੇ ਨਹੀਂ ਆਉਣ ਦਿੱਤਾ, ਔਰ ਉਹਦੇ 'ਚ ਫਿਰ ਸੁਖਬੀਰ ਬਾਦਲ ਜੀ ਆ ਗਿਆ। ਬਾਦਲ ਸਾਹਿਬ ਬੁੜੇ ਹੋ ਗਏ ਆ ਔਰ ਉਹ ਨਹੀਂ ਆਉਣਾ ਚਾਹੁੰਦੇ, ਤੇ ਅਸੀਂ ਹੋ ਸਕਦਾ ਵੀ ਸਾਨੂੰ ਅੱਗੇ ਲਾਇਆ ਜਾਊਗਾ। ਉਹਨਾਂ ਨੂੰ ਨਹੀਂ ਲਾਇਆ, ਉਹਨਾਂ ਨੇ ਇੱਕ ਆਪਣਾ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਣਾ ਲਿਆ, ਪਰ ਉਹਨਾਂ ਦਾ ਵੀ ਉਸ ਪਾਸੇ ਜਿੰਨਾ ਕੁ ਤੋਰਾ ਟਿੱਕਾ ਨਹੀਂ ਰਿਹਾ। ਲੋਕ ਹੁਣ ਸੂਝਵਾਨ ਹੋ ਗਏ, ਲੋਕਾਂ ਨੂੰ ਪਤਾ ਲੱਗਾ ਯਾਰ ਇਹ ਵਾਰੀ ਉਹੀ ਬੰਦੇ ਆ ਰਹੇ ਆ। ਉਹ ਫਿਰ ਉੱਥੇ ਦਾ ਉੱਥੇ ਹੀ ਗੱਲ ਆ ਵੀ ਮੋਢੇ 'ਤੇ ਰੱਖ ਕੇ ਬੰਦੂਕ 'ਤੇ ਚਲਾ ਦੂਜੇ ਦੇ 'ਤੇ ਰਹੇ ਆ। ਉਹਨਾਂ ਨੂੰ ਹੀ ਲੋਕਾਂ ਨੇ ਬਹੁਤ ਵਧੀਆ ਰਿਐਕਸ਼ਨ ਨਹੀਂ ਦਿੱਤਾ, ਉਹ ਪ੍ਰਤੀਕਿਰਿਆ ਨਹੀਂ ਦਿੱਤੀ, ਉਹ ਫਿਰ ਉੱਥੇ ਰਹਿ ਗਏ। ਉਹ ਐਤਕਾਂ ਦੀ ਵੋਟਰਾਂ ਨੇ ਦੱਸ ਦਿੱਤਾ ਕਿ ਉਹਨਾਂ ਦੀ ਇੱਕ ਸੀਟ ਵੀ ਨਹੀਂ ਆਈ। ਰਹੀ ਗੱਲ ਫਿਰ ਇਹਨਾਂ ਨੇ ਫਿਰ ਸੋਚਿਆ ਕਮੇਟੀ ਦੀ ਮੀਟਿੰਗ ਕਰਦੇ ਆ, ਉਹਦੇ ਵਿੱਚ ਇਹਨਾਂ ਨੇ ਫਿਰ ਸਾਰਾ ਕੁਝ ਤਰਜੀਹ ਦਿੱਤੀ, ਗੱਲਾਂ ਨੂੰ, ਲੋਕਾਂ ਨੂੰ ਵੇਖਿਆ ਵੀ ਯਾਰ ਕਿੱਥੇ ਲਕੂਨਾ ਰਹਿ ਗਿਆ, ਕਿੱਥੇ ਕੀ ਰਹਿ ਗਿਆ, ਔਰ ਇਹਨਾਂ ਨੇ ਉਹਨੂੰ ਛਾਣ ਪੂਣ ਕੀਤੀ ਆ। ਫਿਰ ਕੱਪੜਾ 'ਚ ਪਾ ਕੇ ਆਟੇ ਨੂੰ ਜਿੱਦਾਂ ਆਪਾਂ ਛਾਣਦੇ ਆ, ਉਹਨਾਂ ਛਾਣਿਆ ਤੋਂ ਛਾਣ ਕੇ ਜਿਹੜਾ ਸੂੜਾ ਆਸੇ ਪਾਸੇ ਕਰਤਾ ਤੇ ਨਰੋਲ ਕੱਢ ਲਿਆ ਪਾਸੇ। ਉਹਨੂੰ ਨਰੋਲਤਾ ਜਿਹੜੀ ਕੱਢੀ ਆ ਉਹਦੇ 'ਚ ਫਿਰ ਸੁਖਬੀਰ ਬਾਦਲ ਲੱਗੇ ਆ, ਤੇ ਬਾਕੀ ਫਿਰ ਦੂਜੀ ਲਾਈਨ 'ਚ ਜਿੱਦਾਂ ਟਿਕਟਾਂ ਨਹੀਂ ਲੈ ਰਹੇ ਆਪਾਂ ਅੱਗੇ, ਤੇ ਜਿਹੜੀ ਟਿਕਟ ਆਪਾਂ ਲੈ ਰਹੇ ਜਿਹੜੀ ਦੂਜੇ ਪਾਸੇ ਸਿਨੇਮੇ ਦੀ, ਤੇ ਉਹ ਆਂਦੇ ਵੀ ਸਿਨੇਮੇ ਦੀ ਟਿਕਟ ਤੋਂ ਪਹਿਲਾਂ ਸੁਖਬੀਰ ਬਾਦਲ ਮਿਲ ਜਾਂਦੇ, ਤੇ ਬਾਕੀ ਫਿਰ ਹਾਲੋ ਕਰ ਰਿਹਾ। ਹੁਣ ਇਹ ਪਾਰਟੀ ਦਾ ਉਹੀ ਹਾਲ ਆ। ਹੁਣ ਦੇਖੋ ਕੀ ਬਣਦਾ ਗਾ। ਨੁਮਾਇੰਦਗੀ ਦੇਣਗੇ 'ਚ ਜਿਹੜੇ ਐਡਵਾਈਜ਼ਰ ਲੈਣੇ ਇਹਨਾਂ ਨੇ ਉਹ ਲੈਣਗੇ, ਜਿਹਦੇ 'ਚ ਇਹਨਾਂ ਦੇ ਸਪੀਕਰ ਨੇ, ਜਿਹੜੇ ਸਪੋਕਸਮੈਨ ਆ ਉਹ ਦਲਜੀਤ ਸਿੰਘ ਚੀਮਾ ਜੀ ਆ, ਸਿਆਣੇ ਬੰਦੇ, ਡਾਕਟਰ ਆ, ਔਰ ਉਹ ਇਹਨਾਂ ਨਾਲ ਰਹਿੰਦੇ ਆ। ਪਰ ਹੁਣ ਉਹਦੇ 'ਚ ਇਹ ਹੈਗੇ ਕਿ ਇਸ ਵੇਲੇ ਜਿਹੜੀ ਹੈ ਨਾ ਉਹ ਕਿਸੇ ਦੀ ਵੀ ਗੱਲ ਆਪਸੀ ਨਹੀਂ ਮਿਲਦੀ, ਆਪਸੀ ਖਹਿ ਬਾਜੀ ਅੰਦਰੋਂ ਕੁਝ ਹੋਰ ਸੋਚ ਰਿਹਾ, ਬਾਹਰੋਂ ਕੁਝ ਹੋਰ ਕਰ ਰਿਹਾ, ਕਿਉਂਕਿ ਇਸ ਵੇਲੇ ਏਕਤਾ ਨਹੀਂ ਰਹੀ ਕਮੇਟੀ 'ਚ। ਤੇ ਹੁਣ ਕਮੇਟੀ ਕਿੱਥੇ ਕਿਸ ਭਾਅ ਉਤਰਦੀ ਹੈ ਤੇ ਕੀ ਪਾਰਟੀ ਦੇ ਅੰਦਰ ਪੋਲਿਟਿਕਸ ਪਾਰਟੀ ਦੇ ਅੰਦਰ ਫੇਵਰਿਟਿਜ਼ਮ ਆ, ਉਸ ਚੀਜ਼ ਨੂੰ ਕਿੱਦਾਂ, ਕਿਉਂਕਿ ਜਦੋਂ ਤੱਕ ਪਾਰਟੀ ਦੇ ਅੰਦਰ ਡੈਮੋਕ੍ਰੇਸੀ ਨਹੀਂ ਹੈ, ਤੁਸੀਂ ਬਾਹਰ ਡੈਮੋਕ੍ਰੇਸੀ ਨਹੀਂ ਲੈ ਕੇ ਆ ਸਕਦੇ। ਜਦੋਂ ਤੱਕ ਤੁਹਾਡੇ ਘਰ ਡੈਮੋਕ੍ਰੇਸੀ ਨਹੀਂ ਹੈ, ਘਰ ਡਿਕਟੇਟਰਸ਼ਿਪ ਤੁਸੀਂ ਲਾਗੂ ਕੀਤੀ ਹੋਈ ਹੈ, ਤੇ ਤੁਸੀਂ ਬਾਹਰ ਡੈਮੋਕ੍ਰੇਸੀ ਕਿੱਦਾਂ ਲਿਆਓਗੇ। ਸੋ ਗੱਲ ਤਾਂ ਉਹੀ ਹੈ। ਸਭ ਸਿਆਣੇ ਸੀ ਨਾ, ਉਹ ਆਪ ਉੱਠ ਕੇ ਗੱਲ ਕਰ ਲੈਂਦੇ, ਬਹਿੰਦੇ ਉੱਠਦੇ ਸੀ, ਲੋਕਾਂ ਨੂੰ ਆਪਣੇ ਨੇੜੇ ਲੈ ਆਉਂਦੇ ਸੀ। ਹੁਣ ਹੋ ਗਏ ਬਜ਼ੁਰਗ, ਹੁਣ ਉਹਨਾਂ ਕੋਲ ਗੱਲ ਸਮਝ ਆਉਣੀ ਜਾਂ ਕਰਨੀ, ਜਾਂ ਉੱਚੀ ਬੋਲਣਾ ਜਾਂ ਲੋਕਾਂ ਨੂੰ ਪਿਆਰ ਨਾਲ ਨੇੜੇ ਲਿਆਉਣਾ ਔਖਾ ਹੋ ਜਾਂਦਾ। ਜਿਹੜਾ ਜੋਸ਼ ਆ, ਜਿਹੜੀ ਸਟਰੈਂਥ ਆ, ਜੋ ਉਹਨਾਂ 'ਚ ਐਨਰਜੀ ਆ, ਉਹ ਇੰਨੀ ਘਟ ਗਈ। ਬਿਲਕੁਲ ਸਹੀ, ਉਹ ਉਮਰ ਦਾ ਤਕਾਜ਼ਾ ਹੈ। ਹੁਣ ਦੇਖੋ ਇਹ ਸਮਝਦਾਰੀ ਨਾਲ ਕੰਮ ਲੈਣ ਤੇ ਬਹੁਤ ਵੱਡੀ ਇਹਨਾਂ ਕੋਲ ਇਤਿਹਾਸਕ ਆਪਾਂ ਕਹਿ ਸਕਦੇ ਆ ਪੂੰਜੀ ਹੈਗੀ ਆ। ਬਿਲਕੁਲ ਵੱਡੀ ਪਾਰਟੀ ਤੇ ਤੁਸੀਂ ਕੀ ਹਾਲ ਬਣਾ ਕੇ ਰੱਖ ਲਿਆ ਆਪਣਾ। ਤੁਸੀਂ ਕਮ ਸੇ ਕਮ ਉਹਨੂੰ ਸੰਭਾਲੋ, ਆਪਣੀ ਇਤਿਹਾਸ ਨੂੰ, ਆਪਣੀ ਪੂੰਜੀ ਨੂੰ ਸੰਭਾਲ ਕੇ ਇੱਕ ਨਵੇਂ ਰੂਪ ਦੇ ਵਿੱਚ ਆਓ। ਤੇ ਵਾਕਈ ਕਿਉਂਕਿ ਪੰਜਾਬ ਨੂੰ ਤੁਹਾਡੀ ਪਾਰਟੀ ਦੀ ਲੋੜ ਹੈ, ਸਾਡੀ ਖੇਤਰੀ ਪਾਰਟੀ ਹੈ, ਅਸੀਂ ਚਾਹੁੰਦੇ ਹਾਂ ਸਟਰੋਂਗ ਹੋ ਕੇ ਬਾਹਰ ਆਵੇ। ਅਸੀਂ ਤਾਂ ਹੀ ਇਸ ਲਹਿਜੇ ਵਿੱਚ ਗੱਲ ਕਰਦੇ ਪਏ ਹਾਂ, ਤੰਜ਼ ਵੀ ਕਰਦੇ ਹਾਂ ਵਿੱਚ ਤਾਂ ਹੀ ਕਰਦੇ ਪਏ ਹਾਂ ਕਿ ਤੁਸੀਂ ਬਈ ਸਮਝਦਾਰੀ ਨਾਲ ਕੰਮ ਲਵੋ। ਤੁਹਾਡੇ ਤੋਂ ਬੜੀਆਂ ਉਮੀਦਾਂ ਨੇ ਸਾਨੂੰ ਸਾਰਿਆਂ ਨੂੰ, ਸੋ ਅੱਗੇ ਵਧੋ। ਸੋ ਜਿਹੜੀ ਤੁਸੀਂ ਕਿਹਾ ਨਾ ਤੱਤੀ ਖਬਰ ਹੈ, ਵਾਕਈ ਤੱਤੀ ਖਬਰ ਹੈ। ਤੇ ਤੱਤੀ ਦੀ ਗੱਲ ਇਹ ਵੀ ਹੈ ਨਾ ਕਿ ਦੁੱਧ ਦਾ ਸੜਿਆ ਹੁੰਦਾ ਨਾ, ਉਹ ਲੱਸੀ ਨੂੰ ਵੀ ਫੂਕਾ ਮਾਰਦਾ। ਪਾਰਟੀ ਬਹੁਤ ਵੱਡੀ ਹੈ ਨਾ ਪੰਜਾਬ ਦੀ, ਲੱਸੀ ਨੂੰ ਫੂਕਾ ਮਾਰਨ ਵਾਲੀ ਗੱਲ ਹੋਈ ਪਈ ਹੈ। ਕੋਈ ਜ਼ਮਾਨਾ ਸੀਗਾ ਪਿੰਡਾਂ 'ਚ ਇਹਨਾਂ ਦਾ ਵੋਟ ਬੈਂਕ ਬਹੁਤ ਜ਼ਿਆਦਾ ਸੀ। ਬਜ਼ੁਰਗ ਜਿਹੜੇ ਸੀਗੇ
ਇਹਨਾਂ ਦਾ ਚੋਣ ਨਿਸ਼ਾਨ ਤਕੜੀ ਕਰਦੀਆਂ, ਆਪਣੀ ਮਾਵਾਂ, ਆਪਣੀਆਂ ਬਜ਼ੁਰਗ, ਆਪਣੇ ਧੀਆਂ ਸਾਰੀਆਂ ਹੀ ਕਰਦੀਆਂ ਕਿ ਇੱਕ ਧਾਰਮਿਕ ਪਾਰਟੀ ਵੀ ਹੈ, ਦੂਜਾ ਲੋਕਾਂ ਦੇ ਨੇੜੇ ਵੀ ਆਉਂਦੀ ਹੈ। ਖਾਸ ਕਰਕੇ ਇਹਨਾਂ ਦੀ ਪਿੰਡਾਂ 'ਚ ਵੋਟ ਹੁੰਦੀ, ਜਿਹਦੇ ਨਾਲ ਬੀਜੇਪੀ ਤੇ ਇਹਨਾਂ ਦਾ ਨਾਲ ਜੁੜੇ ਸੀਗੇ, ਪਰ ਬੀਜੇਪੀ ਨੂੰ ਇਹਨਾਂ ਅੱਗੇ ਨਹੀਂ ਲੱਗਣ ਦਿੱਤਾ। ਆਪਣਾ ਸੀਐਮ ਰਿਹਾ, ਆਪਣਾ ਡਿਪਟੀ ਸੀਐਮ ਰਿਹਾ, ਆਪਣੇ ਮੰਤਰੀ ਰਹੇ, ਆਪਣਾ ਸਾਰਾ ਕੁਝ ਰਿਹਾ, ਉਹ ਵੀ ਛਲਾਂਗ ਮਾਰ ਕੇ ਦੂਜੇ ਪਾਸੇ ਹੋ ਗਏ। ਇਸ ਵੇਲੇ ਰੀਜਨਲ ਪਾਰਟੀਆਂ 'ਚ ਬੀਜੇਪੀ ਹੋਰ ਪਾਸੇ ਆ, ਅਕਾਲੀ ਦਲ ਹੋਰ ਪਾਸੇ ਆ, ਕਾਂਗਰਸ ਤਾਂ ਹੈ ਹੀ ਹੈ ਵੱਖਰੀ, ਨੈਸ਼ਨਲ ਕਾਂਗਰਸ ਪਾਰਟੀ ਹੈਗੀ ਆ, ਬੀਐਸਪੀ ਵੱਖਰੇ ਪਾਸੇ ਆ, ਔਰ ਇੱਥੇ ਜਮਘਟਾ ਪਾਰਟੀਆਂ ਦਾ। ਪਰ ਬਾਜੀ ਕੌਣ ਮਾਰ ਗਿਆ? ਆਮ ਆਦਮੀ ਪਾਰਟੀ। ਦੇਖੋ ਨਾ, ਤੁਸੀਂ ਜਿਹੜੀ ਛਲਾਂਗ ਮਾਰਨ ਵਾਲੀ ਗੱਲ ਕਰਦੇ ਹੋ ਨਾ, ਇਹ ਸਾਰੇ ਲੀਡਰਸ ਸਪੋਰਟਸਮੈਨ ਨੇ, ਛਲਾਂਗਾਂ ਮਾਰਨ 'ਚ ਬੜੇ ਕਾਮਯਾਬ ਨੇ, ਲੰਬੀ ਛਲਾਂਗ, ਛੋਟੀ ਛਲਾਂਗ, ਸਾਰੀਆਂ ਛਲਾਂਗਾਂ ਮਾਰਦੇ। ਤੁਹਾਡੀ ਗੱਲ ਇੱਕ ਮੈਨੂੰ ਯਾਦ ਆਈ ਹੈ, ਕੁਛ ਆਂਦਾ ਜੱਟ ਦੇ ਖੇਤਾਂ 'ਚ ਨਾ ਸ਼ੀਸ਼ਮ ਟਾਹਲੀ ਦਾ ਰੁੱਖ ਸੀਗਾ, ਤੇ ਉਹਦੇ ਉੱਤੇ ਉੱਲੂ ਬੋਲਦੇ ਸੀਗੇ, ਰੋਜ਼ ਹੀ ਉੱਲੂ ਬੈਠੇ ਹੀ ਉੱਲੂ ਬੋਲਦੇ ਸੀ। ਕਹਿੰਦਾ ਯਾਰ ਇਹ ਤਾਂ ਬਿਲਕੁਲ ਸਾੜ ਸਤੀ ਹੈ, ਇਹ ਇੱਥੇ ਬਰਕਤ ਨਹੀਂ ਆਉਣੀ, ਇਹਦਾ ਕੀ ਹੈ ਯਾਰ, ਉੱਲੂਆਂ ਦਾ ਕੀ ਕਰੀਏ? ਤੇ ਉਹਨਾਂ ਨੇ ਕਿਹਾ ਵੀ ਖੇਤ ਨੂੰ ਨਾ ਇਹਨੂੰ ਟਾਹਲੀ ਨੂੰ ਵਢਾ ਦਈਏ। ਤੇ ਟਾਹਲੀ ਨੇ ਆਪਣੇ ਅੰਦਰ ਸੋਚਿਆ ਵੀ ਚੱਲ ਚੰਗਾ, ਹੁਣ ਉੱਲੂ ਤਾਂ ਨਹੀਂ ਬਹਿਣਗੇ, ਮੇਰੀ ਜਾਨ ਤਾਂ ਗਈ, ਪਰ ਜਿਹੜੀ ਆ ਸਾੜ ਸਤੀ ਜਾਂ ਜਿਹੜੇ ਮੇਰੇ ਉੱਤੇ ਬਹਿੰਦੇ ਆ ਜਾਂ ਜਿਹੜੇ ਰੋਜ਼ ਮੇਰੇ ਤੇ ਬਿੱਠਾਂ ਕਰਦੇ ਆ, ਇਹ ਤਾਂ ਨਹੀਂ ਰਹਿਣਗੇ। ਹੁਣ ਉਹਨਾਂ ਨੇ ਉਹ ਟਾਹਲੀ ਵਢਾਤੀ। ਟਾਹਲੀ ਵਢਾਉਣ ਤੋਂ ਬਾਅਦ ਜਦੋਂ ਦੇ ਸ਼ਤੀਰ ਚੀਰੇ ਗਏ, ਸਭ ਕੁਛ, ਉਹਦੀਆਂ ਕੁਰਸੀਆਂ, ਮੇਜ਼, ਸੋਫੇ, ਬੜਾ ਕੁਝ ਬਣ ਗਿਆ। ਮੁੜ ਕੇ ਉਹਨੂੰ ਕਿਤੇ ਲਾਤਾ ਇੱਦਾਂ ਦੇ ਧਾਰਮਿਕ ਜਿੱਥੇ ਰਾਜਨੀਤਿਕ ਸਮਾਗਮ ਹੁੰਦੇ ਆ, ਜਿੱਥੇ ਰਾਜਨੀਤਿਕ ਨੇਤਾ ਬੈਠਦੇ, ਕੁਰਸੀਆਂ ਉੱਥੇ ਲਾਤੀਆਂ, ਉੱਥੇ ਕੁਰਸੀਆਂ ਮੇਜ਼ ਲਾਤੇ, ਉੱਥੇ ਸਾਰਾ ਕੁਝ ਲਾਤਾ। ਤੇ ਜਦੋਂ ਤੇ ਉਹ ਆ ਕੇ ਬੰਦੇ ਬੈਠੇ, ਨੇਤਾ ਬੈਠੇ, ਉਹਨਾਂ ਦੇ ਨਾਲ ਜਿਹੜੇ ਸਹਾਇਕ ਬੈਠੇ, ਸਾਰਾ ਕੁਝ ਮਸ਼ੀਨਰੀ ਬੈਠੀ, ਸਾਰਾ ਕੁਝ, ਤੇ ਟਾਹਲੀ ਫਿਰ ਰੋਣ ਲੱਗ ਪਈ। ਆਂਦੀ ਦੇਖੋ ਉਹੀ ਗੱਲ ਨਾ, ਜਿੱਥੇ ਮੈਂ ਉੱਲੂਆਂ ਤੋਂ ਛੁਟਕਾਰਾ ਪਾਇਆ, ਉੱਲੂ ਫਿਰ ਮੇਰੇ ਉੱਤੇ ਬਹਿ ਗਿਆ। ਉਹਨੇ ਕਿਹਾ ਉਹਨਾਂ ਤੋਂ ਮੈਂ ਜਾਨ ਦਿੱਤੀ ਆ, ਉੱਲੂ ਫਿਰ ਮੇਰੇ ਆਲੇ ਦੁਆਲੇ ਆ। ਉਹਦੇ ਤੇ ਕਿਸੇ ਨੇ ਸ਼ੇਅਰ किया ਸੀ ਨਾ, एक ही उल्लू काफी है बर्बाद गुलिस्तान करने को, हर शाख पे उल्लू बैठा है, अंजाम गुलिस्तान क्या होगा। अंजामे मतलब ਦਾ ਕੀ ਨਤੀਜਾ ਕੀ ਨਿਕਲੂਗਾ। ਚਲੋ ਹੁਣ ਤੱਤੀ ਖਬਰ ਤੋਂ ਆਪਾਂ ਠੰਡੀ ਖਬਰ ਵੱਲ ਬੜੀ ਅੱਛੀ ਖਬਰ ਆ, ਪਰ ਇਹਨਾਂ ਨੇ ਜੇ ਹੁਣ ਆਪਣੇ ਰਾਹ ਤੇ ਆ ਜਾਣ, ਜੇ ਆਪਣੇ ਪੈਰੋਕਾਰਾਂ ਨੂੰ ਅੱਗੇ ਲਾ ਦੇਣ ਤੇ ਫਿਰ ਸੰਭਾਲ ਸਕਦੇ ਆ। ਇਸ ਵੇਲੇ ਨਾ ਜਿਹੜਾ ਰੁੱਖੜਾ ਜਦੋਂ ਡਿੱਗਦਾ, ਉਹਨੂੰ ਡਿੱਗਦੇ ਨੂੰ ਬਚਾ ਲਓ ਤੇ ਠੀਕ ਹੋ ਜਾਂਦਾ, ਕਿਉਂਕਿ ਹੁਣ ਜੜ੍ਹਾਂ ਹਿੱਲ ਗਈਆਂ। ਹਾਂ, ਉਹ ਆਪਾਂ ਕਹਾਂਗੇ ਕਿ ਤਕੜੀ ਵਾਲਿਓ ਤਕੜੇ ਹੋ ਜਾਓ। ਹਾਂ, ਤਕੜੀ ਵਾਲੇ ਤਕੜੇ ਹੋ ਜਾਓ, ਬਿਲਕੁਲ, ਤੇ ਬਾਬੇ ਦਾ ਸਤਿਕਾਰ ਕਰੋ ਤੇ ਲੋਕਾਂ ਨੂੰ ਪਿਆਰ ਕਰੋ ਜੀ। ਤੇ ਹੁਣੇ ਤੱਤੀ ਖਬਰ ਤੋਂ ਆਪਾਂ ਮੀਂਹ ਵੱਲ ਚੱਲੀਏ। ਮੀਂਹ ਪਵਾ ਦਿੰਦੇ ਆ, ਠੰਡੇ ਹੋ ਜਾਓ। ਮੀਂਹ ਨਾਲ ਸਾਉਣੀ ਦੀਆਂ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ, ਇਹ ਸਾਡੇ ਸੀਐਮ ਜੀ ਮਾਨ ਜੀ ਨੇ ਕਿਹਾ। ਇਹਦੇ ਉੱਤੇ ਤੁਸੀਂ ਕੀ ਟਿੱਪਣੀ ਦੋਗੇ? ਕਿਉਂਕਿ ਇੰਸ਼ੋਰੈਂਸ ਹੋਣਾ ਚਾਹੀਦਾ, ਪਹਿਲਾਂ ਵੀ ਗੱਲਾਂ ਹੋਈਆਂ ਸੀ, ਮੁਆਵਜ਼ੇ ਮਿਲਣੇ ਚਾਹੀਦੇ ਨੇ, ਉਹ ਵੀ ਗੱਲਾਂ ਹੋਈਆਂ ਸੀ, ਹੜ੍ਹ ਆ ਚੁੱਕੇ ਨੇ, ਫਸਲਾਂ ਤਬਾਹ ਹੋਈਆਂ ਨੇ, ਇਹ ਵੀ ਗੱਲਾਂ ਹੋ ਚੁੱਕੀਆਂ ਨੇ। ਕਈ ਥਾਂ ਤੇ ਫਸਲਾਂ ਬੀਜ ਵੀ ਫੇਲ ਹੋ ਜਾਂਦੇ ਨੇ। ਉਧਰ ਐਮਐਸਪੀ ਵਾਲਾ ਝਗੜਾ ਖੜਾ ਹੈ, ਪੰਜਾਬ ਨੂੰ ਕਮੇਟੀ ਤੋਂ ਬਾਹਰ ਕੱਢ ਦਿੱਤਾ ਹੈ, ਬੜੇ ਕੁਝ ਹੋ ਗਏ ਨੇ। ਹੁਣ ਮਾਨ ਜੀ ਕੀ ਗੱਲਾਂ ਕਰਦੇ ਪਏ ਨੇ, ਜ਼ਰਾ ਇਹ ਵੀ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਕਿ ਇਹ ਮੀਂਹ ਨਾਲ ਸਾਉਣੀ ਦੀਆਂ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਿੱਦਾਂ ਹੋਵੇ, ਇਹ ਕੀ ਮਸਲਾ ਹੈ? ਇੱਕ ਤਾਂ ਕੁਦਰਤੀ ਆਫਤਾਂ ਨਾ, ਇੱਕ ਆਪ ਝੜੀਆਂ ਆਫਤਾਂ, ਜਿਹੜਾ ਤੁਸੀਂ ਦੱਸਿਆ ਜੀ, ਜਿਹੜੇ ਬੀਜ ਦੀ ਜਿਹੜੀ ਪ੍ਰੋਬਲਮ ਆ, ਸਮੱਸਿਆ, ਜਿਸ 'ਚ ਚਿੱਟੀ ਮੱਖੀ ਦੀ ਵੀ ਆ ਗਈ ਆ, ਕਦੀ ਗੁਲਾਬੀ ਮੱਖੀ ਆ ਜਾਂਦੀ ਹੈ, ਸੁੰਡੀ ਆ ਜਾਂਦੀ ਹੈ, ਔਰ ਉਹ ਜਿਹੜੀਆਂ ਨਰਮੇ ਦੀਆਂ ਫਸਲਾਂ ਨੇ ਖੜੀਆਂ ਖੜੋਤੀਆਂ ਤਬਾਹ ਹੋ ਗਈਆਂ, ਫਿਰ ਵਾਹੀਆਂ ਉਹਨਾਂ ਨੇ। ਔਰ ਦੇਖੋ ਇਹ ਫਸਲਵਾੜੀ 'ਚ ਵੀ ਕੀ ਕੁਛ ਹੋ ਰਿਹਾ, ਪਹਿਲਾਂ ਤਾਂ ਇੱਦਾਂ ਦਾ ਨਹੀਂ ਸੀ, ਹੈ ਨਾ। ਹੁਣ ਦੇਖੋ ਜਾਂ ਤਾਂ ਮੁਆਵਜ਼ੇ ਦੀ ਪ੍ਰੋਬਲਮ ਆ, ਇੰਨੇ ਸੁਸਾਈਡ ਹੋ ਰਹੇ ਆ, ਇੰਨਾ ਕੁਛ ਹੋ ਰਿਹਾ। ਆਹ ਹਫ਼ਤੇ ਤਾਂ ਪਾਣੀ ਦੀ ਮੰਨਦੇ ਆ, ਮਲੇਰਕੋਟਲਾ, ਫਾਜ਼ਿਲਕਾ ਜਾਂ ਏਰੀਆ ਜਿਹੜਾ ਸਤਲੁਜ ਦੇ ਏਰੀਆ ਨੂੰ ਹੈਗਾ, ਉਹ ਸਾਰਾ ਮੁਹਾਨ, ਉਹਦੇ ਨਾਲ ਫਸਲਾਂ ਤਾਂ ਤਬਾਹ ਹੋਈਆਂ, ਪਰ ਇਹਦੇ ਵਿੱਚ ਮੁਆਵਜ਼ਾ ਫਿਰ ਮੰਗਣਾ, ਫਿਰ ਲੈਣਾ, ਕਰਨਾ, ਗਿਰਦਾਵਰੀ ਹੋਣੀ ਹੈ, ਉਹ 'ਚ ਮੁਆਵਜ਼ਾ ਮਿਲੂਗਾ ਇਹਨਾਂ ਨੂੰ, ਕਿਉਂਕਿ ਸੀਐਮ ਨੇ ਗੱਲ ਕਹਿਤੀ ਹੈ ਕਿ ਮੁਆਵਜ਼ਾ ਮਿਲਣਾ ਜ਼ਰੂਰੀ ਹੈਗਾ। ਪਰ ਇਹਦੇ ਵਿੱਚੋਂ ਆਫਤ ਤੇ ਆਫਤ ਹੀ ਹੈ ਪੰਜਾਬ 'ਚ। ਪੰਜਾਬ ਦੇ ਖਜ਼ਾਨੇ 'ਚ ਤਾਂ ਪਹਿਲਾਂ ਜਾਂਦੇ ਕੁਛ ਨਹੀਂ ਹੈਗਾ। ਫਿਰ ਤੁਸੀਂ ਜਿਨਸਾਂ ਦੇ ਢੁਆਈ ਲਈ, ਜਿਨਸਾਂ ਦੇ ਤਬਾਹ ਹੋਣ ਲਈ, ਜਿਨਸਾਂ ਮਤਲਬ ਜਿਹੜਾ ਅਨਾਜ ਜਿੱਚ ਹੋ ਰਿਹਾ, ਹੁਣ ਸਾਉਣੀ ਦੀ ਫਸਲ ਆ ਰਹੀ ਹੈ, ਜੇ ਪਾਣੀ ਜ਼ਿਆਦਾ ਹੋ ਜਾਏ ਨਾ, ਝੋਨੇ ਦਾ ਬੂਟਾ ਲੱਗਾ, ਜੇ ਇੰਨਾ ਤੁੱਤੋਂ ਰਹਿ ਗਿਆ ਤਾਂ ਬਾਜੂਗਾ ਸਾਹ ਆਉਣ ਲਈ। ਵੇਖੋ ਇਹ ਵੀ ਕੁਦਰਤ ਆ, ਰੱਬ ਜਿਸਾ, ਜੇ ਇੱਥੋਂ ਤੱਕ ਪਾਣੀ ਆ ਗਿਆ ਉਹ ਡੈਮੇਜ ਖਤਮ ਹੋ ਜਾਏ, ਹੈ ਨਾ, ਉਹ ਖਤਮ ਹੋ ਜਾਏ। ਇਹ ਹੋ ਗਈ ਸਾਉਣੀ ਦੀ ਫਸਲ। ਮੱਕੀ ਦੀ ਵੀ ਖੇਤੀ 'ਚ ਜੇ ਟਾਂਡਿਆਂ ਤੱਕ ਪਾਣੀ ਜ਼ਿਆਦਾ ਆ ਜੇ, ਪਾਣੀ ਖੜਾ ਰਵੇ, ਜੜ੍ਹਾਂ ਖੋਖਲੀਆਂ ਹੋ ਜਾਣਗੀਆਂ, ਗਲ ਕੇ ਡਿੱਗ ਪੈਣਗੇ ਟਾਂਡੇ, ਉਹ ਵੀ ਖਤਮ ਹੋ ਜੂਗੇ। ਇਹ ਦੋ ਫਸਲਾਂ ਮੁੱਖ ਹੈਗੀਆਂ, ਝੋਨਾ ਬਾਸਮਤੀ ਤੇ ਨਾਲ ਲੱਗਦਾ ਤੁਹਾਡਾ ਮੱਕੀ, ਇਹਦੇ ਨਾਲ। ਤੇ ਜਿਹੜਾ ਨਰਮੇ ਦੇ ਬੈਲਟ ਆ, ਉਹ ਤਾਂ ਮਾਨਸਾ ਤੇ ਬਠਿੰਡਾ ਤੇ ਫਾਜ਼ਿਲਕਾ, ਮਲੇਰਕੋਟਲਾ, ਇਹ ਉੱਥੋਂ ਦੀ ਹੈਗੀ ਆ। ਪਰ ਇਹਨਾਂ ਨੇ ਭਗਵੰਤ ਮਾਨ ਜੀ ਨੇ ਚੰਗੀ ਗੱਲ ਕੀਤੀ ਆ, ਹੌਸਲਾ ਅਫਜ਼ਾਈ ਕੀਤੀ ਉਹਨਾਂ ਨੇ ਕਿ ਗਿਰਦਾਵਰੀ ਹੋਊਗੀ, ਪੈਸਾ ਦਿੱਤਾ ਜਾਊਗਾ। ਜਿਹੜੀ ਹੁਣ ਮੀਟਿੰਗ ਖਤਮ ਹੋਈ ਆ, ਉਹਦੇ 'ਚ ਕਿਸਾਨਾਂ ਪੱਖੀ ਕਾਫੀ ਫੈਸਲੇ ਹੋਏ। ਹੁਣ ਗੱਲ ਇਹ ਹੈ ਕਿ ਇਹਨਾਂ ਨੂੰ ਪ੍ਰੈਕਟੀਕਲ ਰੂਪ ਦਿਓ, ਅਮਲੀ ਜਾਮਾ ਪਹਿਨਾਓ। ਨਹੀਂ ਤਾਂ ਐਵੇਂ ਗੱਲਾਂ ਨੇ, ਮੀਟਿੰਗਾਂ 'ਚ ਤਾਂ ਬੜੀਆਂ ਗੱਲਾਂ ਹੁੰਦੀਆਂ ਨੇ, ਥੱਦੀਆਂ ਲੱਗੀਆਂ ਪਈਆਂ ਨੇ ਫਾਈਲਾਂ ਦੀਆਂ, ਉਹਨਾਂ ਫਾਈਲਾਂ ਦੇ ਵਿੱਚ ਕਾਕਰੋਚ ਅੰਡੇ ਦਿੰਦੇ ਨੇ। ਬਿਲਕੁਲ ਤੇ ਉਹਨਾਂ ਦਾ ਕੀਤਾ ਕੀ? ਹੁਣ ਉਹ ਸਾਰੇ ਮਸਲੇ ਹੱਲ ਹੋਣ, ਕਿਉਂਕਿ ਕਿਸਾਨੀ ਦੇ ਉੱਤੇ ਟਿਕਿਆ ਹੋਇਆ ਪੰਜਾਬ ਹੀ ਨਹੀਂ, ਪੂਰਾ ਭਾਰਤ ਹੈ। ਬਿਲਕੁਲ। ਤੇ ਜੇ ਕਿਸਾਨਾਂ ਨੂੰ ਅਸੀਂ ਮੌਤ ਦੇ ਮੂੰਹ 'ਚ ਭੇਜੀ ਜਾਵਾਂਗੇ ਤੇ ਫਿਰ ਬਚਣਾ ਕਿੱਥੋਂ ਹੈ? ਪਰ ਇੱਕ ਗੱਲ ਹੈਗੀ, ਮੀਂਹ ਪਹਿਲਾਂ ਵੀ ਬੜੇ ਪੈਂਦੇ ਸੀ, ਅੱਜ ਤੋਂ ਜ਼ਮਾਨੇ 'ਚ। ਪਹਿਲਾਂ ਫਸਲਾਂ ਉਦੋਂ ਵੀ ਇਹੀ ਹੁੰਦੀਆਂ ਸੀਗੀਆਂ,
ਉਦੋਂ ਵੀ ਗਿਰਦਾਵਰੀਆਂ ਹੁੰਦੀਆਂ ਸੀ, ਪਰ ਇੰਨਾ ਪੈਸਾ ਜਾਂ ਇੰਨੀ ਆਫਤ ਜਾਂ ਇੰਨੀਆਂ ਐਜੀਟੇਸ਼ਨ ਜਾਂ ਪ੍ਰਦਰਸ਼ਨੀਆਂ ਨਹੀਂ ਸੀ ਹੁੰਦੀਆਂ। ਲੋਕ ਬੜੇ ਕਾਮਫੁਲੀ, ਬੜੇ ਤਰੀਕੇ ਨਾਲ ਸਾਰਾ ਕੁਝ ਹੁੰਦਾ, ਮਾਮਲਾ ਵੀ ਦਿੰਦੇ ਸੀਗੇ, ਟੈਕਸ ਵੀ ਦਿੰਦੇ ਸੀ। ਪਰ ਹੁਣ ਪਤਾ ਨਹੀਂ ਕੀ ਹੋ ਗਿਆ, ਸੋਸ਼ਲ ਮੀਡੀਆ ਆ ਗਿਆ, ਕਮਿਊਨੀਕੇਸ਼ਨ ਵੱਧ ਗਿਆ, ਹੈ ਨਾ, ਨਵੀਆਂ ਸਰਕਾਰਾਂ ਬਣ ਗਈਆਂ, ਫਿਰ ਹਫੜਾ ਦਫੜੀ। ਤੁਸੀਂ ਪਿਛਲਾ ਜ਼ਮਾਨਾ ਦੇਖੋ, ਫਸਲਾਂ ਰੱਜ ਕੇ ਹੁੰਦੀਆਂ ਸੀ, ਕੋਈ ਕਿਸੇ ਚੀਜ਼ ਦੀ ਘਾਟ ਨਹੀਂ, ਬਿਮਾਰੀ ਨਹੀਂ ਹੁੰਦੀ। ਹੁਣ ਫਸਲਾਂ ਘੱਟ, ਬਿਮਾਰੀਆਂ ਜ਼ਿਆਦਾ, ਫਿਰ ਲੋਕਾਂ 'ਤੇ ਨੁਕਤਾਚੀਨੀ ਜ਼ਿਆਦਾ, ਬੀਜ ਮਾੜਾ ਆ ਗਿਆ ਜੀ। ਬੀਜ ਅੱਗੇ ਜੱਟ ਆਪਣਾ ਆਪ ਸੰਭਾਲਦੇ ਸੀ, ਆਪ ਰੱਖਦੇ ਸੀਗੇ, ਕਣਕ ਦਾ ਬੀਜ ਭੜੋਲੇ ਭਰਦੇ ਸੀ, ਰੱਖਦੇ ਸੀਗੇ। ਹੁਣ ਸਾਡੇ ਕੋਲ ਜਿਹੜੀ ਹੈਗੀ ਨਾ ਕੈਮੀਕਲ ਬੜੇ ਆ ਗਏ, ਇਹ ਤੇ ਆਹ ਲਾ ਦਿਓ ਜੀ, ਪ੍ਰੋਬਲਮ ਕੈਮੀਕਲ ਦੀ ਹੈ ਜੀ, ਇਹ ਤੇ ਆਹ ਕਰ ਦਿਓ ਜੀ। ਔਰ ਹਾਈਬ੍ਰਿਡ ਜਿਹੜੇ ਬੀਜ ਬਣਦੇ ਨੇ, ਹਾਈਬ੍ਰਿਡ ਦੇਸੀ ਬੀਜ ਰੱਖਦੇ ਨਹੀਂ, ਪ੍ਰੋਬਲਮ ਆ, ਉਹ ਬੀਜ ਫੇਲ ਹੋ ਜਾਂਦੇ ਨੇ, ਫਸਲਾਂ ਹੀ ਨਹੀਂ ਹੁੰਦੀਆਂ। ਇਹ ਕਿਸਾਨ ਜਿਹੜੇ ਆ ਨਾ, ਇਹਨਾਂ ਦੀ ਮਿਹਨਤ ਕਸ਼ੀ ਦੂਰ ਹੋ ਗਈ। ਮੁੰਡੇ ਤੇ ਰਹੇ ਨਹੀਂ ਇੱਥੇ, ਬੁੜੇ ਬੈਠੇ ਬਾਪੂ ਬੈਠੇ ਆ, ਟਰੈਕਟਰ ਚਲਾਉਣ ਵਾਲੇ ਹੋਰ ਹੈਗੇ ਆ, ਵੱਟਾਂ ਖੋਦਣ ਵਾਲੇ ਹੋਰ ਹੈਗੇ ਆ। ਜਿਹੜੇ ਖੇਤੀਬਾੜੀ 'ਚ ਵੀ ਹਲਚਲ ਹੈ, ਅਸੀਂ ਜਿੰਨੀ ਮਰਜ਼ੀ ਗੱਲਾਂ ਕਰ ਲਈਏ, ਜੋ ਖੇਤੀਬਾੜੀ 'ਚ ਤੁਸੀਂ ਆਪ ਖੁਦ ਜਾ ਕੇ ਵੇਖੋ, ਹਰ ਖੇਤ ਦੇ ਵਿੱਚ ਮਾਈਗ੍ਰੇਟਰੀ ਲੇਬਰ ਬੈਠਾ, ਹਰ ਖੇਤ ਦੇ ਬੰਬੀ ਉਹ ਚਲਾ ਰਿਹਾ, ਉਹ ਖੇਤ ਚਲਾ ਰਿਹਾ, ਔਰ ਉਹਨੂੰ ਕੀ ਪਤਾ ਲੱਗੂ ਜ਼ਮੀਨ ਦੀ ਕਿਸਮ ਕੀ ਹੈ, ਮਿੱਟੀ ਦੀ ਕਿਸਮ ਕੀ ਹੈ, ਤੇ ਕੀ ਬੀਜਣਾ, ਕੀ ਕਰਨਾ ਹੈਗਾ। ਬਾਪੂ ਬਜ਼ੁਰਗ ਹੈ, ਉਹ ਵਿਚਾਰਾ ਘਰ ਬੈਠਾ ਹੈਗਾ, ਤੇ ਕੰਮ ਕੌਣ ਕਰ ਰਿਹਾ? ਯੂਪੀ, ਬਿਹਾਰ, ਬੰਗਾਲ ਤੇ ਨੇਪਾਲ ਦੇ ਉਹ ਲੋਕ ਕੰਮ ਕਰ ਰਹੇ ਆ। ਤੁਸੀਂ ਜਾ ਕੇ ਦੁਆਬੇ 'ਚ ਵੇਖ ਲਓ। ਗੱਲ ਇਹ ਹੈ ਨਾ ਕਿ ਸਰਕਾਰ ਨੂੰ ਇਹ ਚਾਹੀਦਾ ਕਿ ਜਿਹੜੀ ਐਗਰੀਕਲਚਰ ਦੀ ਸਾਰੀ ਕਮਾਈ ਹੈ ਉਹਦੇ 'ਚ ਵਾਧਾ ਹੋਵੇ, ਇਹਨੂੰ ਇੱਕ ਬਿਜ਼ਨਸ ਦੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ। ਹੁਣ ਜਿੱਦਾਂ ਪਾਰੰਪਰਿਕ ਤਰੀਕਾ ਹੈ ਨਾ, ਟ੍ਰੈਡੀਸ਼ਨਲ ਤਰੀਕਾ ਹੈ, ਉਸ ਤਰੀਕੇ ਨਾਲ ਨਹੀਂ ਚੱਲੂਗਾ। ਹੁਣ ਬਿਜ਼ਨਸ ਦੇ ਮਾਡਲ ਦੇ ਮੁਤਾਬਿਕ ਐਗਰੀਕਲਚਰ ਨੂੰ ਲੈਣਾ ਪਊਗਾ, ਔਰ ਉਦਾਂ ਹੀ ਪ੍ਰੋਫਿਟ ਹੋਣਗੇ ਤਾਂ ਬੱਚੇ ਇੰਟਰਸਟਿਡ ਹੋਣਗੇ। ਜਿਹੜੇ ਐਗਰੀਕਲਚਰ ਯੂਨੀਵਰਸਿਟੀ ਤੋਂ ਪੜ੍ਹ ਕੇ ਇੰਜੀਨੀਅਰਸ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ ਐਗਰੀਕਲਚਰ ਦੇ, ਉਹ ਉਸ ਦੇ ਮੁਤਾਬਿਕ ਮਾਡਰਨ ਐਗਰੀਕਲਚਰ ਲੈ ਕੇ ਆਉਣਗੇ, ਤਾਂ ਜਾ ਕੇ ਸਮੱਸਿਆ ਹੱਲ ਹੋਣੀ, ਇੰਟਰਸਟ ਪੈਦਾ ਹੋਏਗਾ। ਇਹਨੂੰ ਗਲੈਮਰਾਈਜ਼ ਕਰਨ ਦੀ ਲੋੜ ਹੈ। ਗਲੈਮਰਾਈਜ਼ ਤੇ ਕਰ ਦਿੱਤਾ। ਹੁਣ ਇਹਨਾਂ ਨੇ ਕਹਿਤਾ, ਭਗਵੰਤ ਮਾਨ ਜੀ ਨੇ ਕਹਿਤਾ ਕਿ ਅਸੀਂ ਇਹ ਤਾਂ ਮੁਆਵਜ਼ਾ ਦੇਵਾਂਗੇ, ਪਰ ਪਹਿਲਾਂ ਗਿਰਦਾਵਰੀ ਗਿਰਦਾਵਰੀ ਵੀ ਹੋ ਰਹੀ ਹੈ ਅੱਜ ਕੱਲ੍ਹ, ਪ੍ਰੈਕਟੀਕਲੀ ਉੱਥੇ ਨਹੀਂ ਹੋ ਰਹੀ। ਬਿਲਕੁਲ ਸਹੀ ਹੈ, ਜਿਹਦੇ ਨਾਲ ਤੁਹਾਨੂੰ ਕੰਪਿਊਟਰ ਤੇ ਆਨਲਾਈਨ ਕਰ ਰਹੇ ਆ, ਕਾਨੂੰਨ ਕੋ ਪਟਵਾਰੀ ਜਾਂ ਤਹਿਸੀਲਦਾਰ ਆਪਣੇ ਆਪ ਹੀ ਕਰ ਲੈਂਦੇ ਉੱਥੇ। ਪਰ ਹੁਣ ਦੇਖਿਓ, ਜਦੋਂ ਪੈਸਾ ਵੰਡਣ 'ਚ ਵੀ ਪ੍ਰੋਬਲਮ ਆਊਗੀ। ਪੈਸਾ ਜਦੋਂ ਗਿਆ ਕਈ ਡਾਇਰੈਕਟ ਜਾਂਦਾ ਵੈਸੇ ਅਕਾਊਂਟ 'ਚ, ਉਹ 'ਚ ਇਹਨਾਂ ਨੇ ਹੁਣ ਪੈਸਾ ਜ਼ਿਆਦਾ ਮੰਗਣਾ। ਜਦੋਂ ਇਹਨਾਂ ਨੇ ਕਹਿਤਾ ਨਾ ਵੀ ਅਸੀਂ ਪਰ ਖੇਤ ਇੰਨਾ ਦੇ ਸਕਦੇ ਹਾਂ, ਉੱਤੇ ਫਿਰ ਜ਼ਿਆਦਾ ਹੋਊਗਾ ਕਿ ਨਹੀਂ, ਸਾਡਾ ਨੁਕਸਾਨ ਜ਼ਿਆਦਾ ਹੋਇਆ। ਹੁਣ ਉਹਨਾਂ ਨੂੰ ਵੀ ਆਪਣਾ ਘਰ ਭਰਨਾ, ਉਹਨਾਂ ਵੀ ਆਪਣਾ ਸਾਰਾ ਕੁਝ ਕਰਨਾ, ਕਿਉਂਕਿ ਉਹ ਫਸਲ ਨੂੰ ਵੇਖਦੇ ਵੀ ਅਗਲੇ ਸਾਲ, ਪਿਛਲੇ ਸਾਲ ਸਾਨੂੰ ਝੋਨੇ ਦੇ ਕਿੱਲੇ 'ਚੋਂ ਕਿੰਨੇ ਪੈਸੇ ਆਏ ਸੀ, ਉਹ ਉਹਨੂੰ ਕੰਪੈਰੀਟਿਵਲੀ ਦੇਖਣਗੇ, ਪਰ ਸਰਕਾਰ ਨਹੀਂ ਦੇਊਗੀ। ਹੁਣ ਇੱਕ ਪਾਸੇ ਦੀ ਤੁਹਾਡੀ ਰੇਲ ਲਾਈਨ ਲੰਘ ਰਹੀ ਹੈ ਖੇਤਾਂ ਦੇ ਵਿੱਚ ਦੀ, ਤੁਹਾਡਾ ਕਿੱਲਾ ਜਿਹੜਾ ਹੈਗਾ ਉਹ ਹੈਗਾ ਵਾ ਤੁਹਾਡਾ 35 ਲੱਖ ਦਾ ਜਾਂ 40 ਲੱਖ ਦਾ, ਪਰ ਸਰਕਾਰ ਉਹਨੂੰ ਉਸ ਤਰ੍ਹਾਂ ਨਹੀਂ ਦੇਊਗਾ, ਉਹਦਾ ਮੁਆਵਜ਼ਾ ਫਿਕਸ ਦੇਣਗੇ ਕਿ ਤੁਹਾਡੇ ਨਾਲ ਦੇ ਖੇਤ ਦਾ ਕਿੰਨਾ ਮਿਲਿਆ, ਜਿੰਨਾ ਏਰੀਆ ਨੇ ਕਵਰ ਕੀਤਾ ਤੁਹਾਨੂੰ ਕਿੰਨਾ ਉਹਨਾਂ ਨੇ ਦਿੱਤਾ, ਪੁਲ ਬਣ ਰਿਹਾ ਉਹਦੇ 'ਚ ਵੀ ਹੈਗਾ। ਸਰਕਾਰ ਉਹ ਪੈਸਾ ਨਹੀਂ ਦਿੰਦੀ ਜੋ ਮਾਰਕੀਟ 'ਚ ਪੈਸਾ। ਐਗਜ਼ੈਕਟਲੀ ਸਰ, ਔਰ ਇਸੇ ਮੁਤਾबिक ਹੀ ਹੈ ਕਿ ਐਗਰੀਕਲਚਰ ਨੂੰ ਮਾਡਰਨ ਰੂਪ ਦੇਣਾ ਪਏਗਾ, ਔਰ ਸੂਝਵਾਨ ਬਣਨਾ ਪਏਗਾ ਰਾਜਨੀਤੀ ਵਾਲਿਆਂ ਨੂੰ ਵੀ, ਤਾਂ ਕਿ ਇੱਕ ਸੂਝਵਾਨ ਨੇਤਾ ਹੀ ਸੂਝਵਾਨ ਤਰੀਕੇ ਨਾਲ ਫੈਸਲੇ ਲੈਂਦਾ, ਤੇ ਉਹ ਫੈਸਲਿਆਂ ਦਾ ਫਾਇਦਾ ਸਭ ਨੂੰ ਹੁੰਦਾ। ਤਾਂ ਕਿਸਾਨਾਂ ਨੂੰ ਹੁਣ ਉੱਤੇ ਚੁੱਕੀਏ, ਕਿਸਾਨੀ ਨੂੰ ਉੱਤੇ ਚੁੱਕੀਏ, ਉੱਤਮ ਖੇਤੀ ਵਾਲਾ ਮਾਡਲ ਜਿਹੜਾ ਹੈ ਨਾ ਉਸੇ ਨੂੰ ਲੈ ਕੇ ਤੁਰੀਏ। ਸੋ ਫਿਰ ਤੋਂ ਸੁਖਬੀਰ ਬਾਦਲ ਸਾਹਿਬ ਵੱਲ ਆਉਨੇ ਆ। ਆਓ ਠੀਕ ਹੈ ਨਾ, ਇਹਨਾਂ ਨਾਲ ਤੁਸੀਂ ਬਹੁਤ ਪਿਆਰ ਕਰਦੇ ਹੋ। ਸੁਖਬੀਰ ਭਾਜੀ ਕਹਿੰਦੇ ਮੇਰੀ ਇੱਕੋ ਹੀ ਗੱਲ ਕੀਤੀ, ਦੂਜੀ ਗੱਲ ਕੀਤੀ ਨਹੀਂ, ਪਿਆਰ ਤੇ ਸਭ ਨਾਲ ਹੀ ਆਪਣਾ। ਬੜੇ ਐਜੂਕੇਟਡ, ਵੈਲ ਕੁਆਲੀਫਾਈਡ ਨੇ, ਬਾਹਰੋਂ ਪੜ੍ਹ ਕੇ ਆਏ, ਸਨਾਵਰ ਸਕੂਲ ਦੇ ਪੜ੍ਹੇ। ਬਿਲਕੁਲ ਜੀ। ਉਹ ਕਹਿੰਦੇ ਨੇ ਕਿ ਪੰਜਾਬ ਵਿੱਚ ਇੱਕ ਨਹੀਂ ਸਗੋਂ ਅੱਧਾ ਦਰਜਨ ਮੁੱਖ ਮੰਤਰੀ ਨੇ। ਇਹ ਨਵੀਂ ਗੱਲ ਕੱਢੀ ਹੈ, ਦੇਖੋ ਗੱਲ ਬੜੀ ਇਹਨਾਂ ਦੀ ਕਰਦੇ, ਗੱਲ ਕੱਢਦੇ ਆ ਬੜੀ ਪਿਆਰੀ। ਉਹਨਾਂ ਨੇ ਕਿਹਾ ਵੀ ਅੱਧਾ ਦਰਜਨ ਦਾ ਮਤਲਬ 6 ਮੁੱਖ ਮੰਤਰੀ ਨੇ, ਉਹਨਾਂ ਨੇ ਗਿਣੇ ਵੀ ਆ। ਉਹਨਾਂ ਕਹਿੰਦਾ ਵੀ ਇੱਕ ਤਾਂ ਭਗਵੰਤ ਮਾਨ ਜੀ ਹੈ, ਦੂਜੇ ਰਾਘਵ ਚੱਡਾ ਜੀ ਹੈ, ਤੀਜੇ ਕੇਜਰੀਵਾਲ ਸਾਹਿਬ ਨੇ, ਤੇ ਚੌਥੇ ਇਹਨਾਂ ਦੇ ਮਦਰ ਵੀ ਸਲਾਹ ਦਿੰਦੇ ਆ, ਫਿਰ ਪੰਜਵੇਂ ਇਹਨਾਂ ਦੀ ਵਾਈਫ ਆ ਗਏ ਆ, ਹੈ ਨਾ, ਤੇ ਛੇਵਾਂ ਜਿਹੜਾ ਇਹਨਾਂ ਨੂੰ ਕੱਲਬਾ ਨਹੀਂ ਆਉਂਦੇ, ਕੋਈ ਯਾਰ ਦੋਸਤ ਹੋਊਗਾ ਜਿਹੜਾ ਇਹਨਾਂ ਨਾਲ ਕਮੇਡੀ ਕਰਦੇ ਆ, ਇਹਨਾਂ ਦਾ ਪੁਰਾਣਾ ਮਿੱਤਰ ਹੋ ਸਕਦਾ, ਉਹਦਾ ਨਾਂ ਨਹੀਂ ਲਿਆ ਉਹਨਾਂ ਨੇ, ਉਹ ਅੱਜ ਛਾਇਆ ਹੋਇਆ ਪ੍ਰਿੰਟ ਮੀਡੀਆ 'ਤੇ। ਪਰ ਇੱਕ ਗੱਲ ਇਹ ਵੀ ਹੈਗੀ ਆ ਕਿ ਕੁਝ ਗੱਲਾਂ 'ਚ ਇਹ ਗੱਲ ਕਾਫੀ ਜਿਹੜੀ ਆ ਪ੍ਰੋਤਸਾਹਨ ਕਰ ਰਹੀ ਹੈ ਲੋਕਾਂ ਦਾ, ਕਿ ਇਹਦੇ ਵਿੱਚ ਜੇ ਦੇਖੋ ਜਦੋਂ DGP ਦੀ ਸਿਲੈਕਸ਼ਨ ਹੋ ਰਹੀ ਆ, ਉਹਦੇ 'ਚ ਵੀ ਵੰਡ ਵੰਡਾਈ ਪੈ ਗਈ। ਉਹ 'ਚ ਰਾਘਵ ਚੱਡਾ ਵੀ ਬੋਲ ਰਿਹਾ, ਕੇਜਰੀਵਾਲ ਵੀ ਬੋਲ ਰਹੇ ਨੇ, ਕੇਜਰੀਵਾਲ ਸਾਹਿਬ ਵੀ। ਫਿਰ ਹੁਣ ਰਹੀ ਗੱਲ ਆ ਜਿਹੜਾ ਐਡਵੋਕੇਟ ਜਨਰਲ ਦੀ ਗੱਲ, ਇਹਦੇ 'ਚ ਵੀ ਰਿਹਾ, ਇਹਦੇ 'ਚ ਵੀ ਬਹੁਤ ਪਥਾੜਾ ਪਿਆ, ਜਿਹਨੂੰ ਪੰਜਾਬੀ 'ਚ ਨੇ ਰੌਲਾ ਪਿਆ। ਇੱਕਦਮ 4 ਮਹੀਨੇ ਬਾਅਦ ਉਹਨਾਂ ਦਾ ਰਿਜ਼ਾਈਨ, ਤੇ ਅਨਮੋਲ ਜੀ, ਰਤਨ ਅਨਮੋਲ ਜੀ ਚਲੇ ਗਏ। ਉਹ ਤੋਂ ਬਾਅਦ ਆ ਗਏ ਤਿਵਾੜੀ ਜੀ, ਇਹਨਾਂ ਨੂੰ ਹੁਣ ਜੁਆਇਨ ਕਰਵਾ ਰਹੇ ਆ, ਕਈ ਸਾਹਿਬ ਆ ਗਏ, ਕਈ ਵਿਨੋਦ ਕਈ ਜੀ, ਹੈ ਨਾ, ਉਹਦੇ 'ਤੇ। ਅਤੇ ਹੁਣ ਇਹਨਾਂ ਨੂੰ ਜੁਆਇਨ ਕਰਵਾ ਰਹੇ ਆ, ਔਰ ਇਹਨਾਂ ਨੂੰ ਲੈ ਕੇ ਉਹਨਾਂ ਨੇ ਪਿਛੋਕੜ ਨੂੰ ਲੈ ਕੇ ਗੱਲ ਕੀਤੀ ਆ ਕਿ ਇਹਦੇ 'ਚ ਹੁਣ ਜੋ ਭਗਵੰਤ ਮਾਨ ਜੀ ਕਹਿੰਦੇ ਨੇ ਉਹ ਫਾਈਨਲ ਬਹੁਤ ਘੱਟ ਹੁੰਦਾ। ਇਸ ਕਰਕੇ ਫਾਈਨਲ ਹੁੰਦਾ ਕਿ ਇਹਨਾਂ ਦੀ ਜਿਊਰੀ, ਇਹਨਾਂ ਦੀ ਇੱਕ ਕਮੇਟੀ ਬਣੀ ਆ ਜਿਹੜੇ ਫਾਈਨਲ ਕਰਦੇ ਆ। ਕਲੱਬ ਬਣਿਆ ਕੁਛ ਆਹੋ ਜਿੱਦਾਂ ਦਿੱਲੀ ਤੋਂ ਰਿਮੋਟ ਕੰਟਰੋਲ 'ਤੇ ਗੱਲ ਆ ਜਾਂਦੀ ਆ,
ਉਹਨਾਂ ਨੱਪਿਆ, ਓਕੇ ਲੱਗ ਗਿਆ ਜੇ ਸਟੇਸ਼ਨ। ਆਪਾਂ ਸੁਖਬੀਰ ਬਾਦਲ ਜੀ ਦੀ ਸਟੇਟਮੈਂਟ ਨੂੰ ਇੱਕ ਪਾਸੇ ਵੀ ਕਰ ਦਈਏ, ਉਹਦੇ ਵੱਲ ਧਿਆਨ ਨਾ ਦਈਏ, ਆਪਾਂ ਵੈਸੇ ਗੱਲ ਕਰੀਏ, ਵੈਸੇ ਹੀ ਪੰਜਾਬ ਵਿੱਚ ਮੁੱਖ ਮੰਤਰੀ ਵਾਵਾ ਹੋ ਗਏ। ਗੱਲ ਤਾਂ ਸਹੀ, ਲੋਕਾਂ ਦੀ ਵੀ ਪਤਾ ਕੀ ਹੈ, ਇਹ ਜਿਹੜੇ ਆਪਣੇ ਸੁਖਬੀਰ ਬਾਦਲ ਜੀ ਹੈ, ਇਹ ਲੋਕ ਭਾਖਿਆਂ ਨਾਲ ਗੱਲ ਕਰਦੇ ਆ। ਲੋਕ ਭਾਖਿਆ ਮਤਲਬ ਲੋਕਾਂ ਦੇ ਮੂੰਹ 'ਚ ਕੀ ਜ਼ਬਾਨ ਆ, ਲੋਕ ਕੀ ਕਹਿੰਦੇ ਆ, ਉਹਨਾਂ ਦੇ ਬੁੱਲਾਂ 'ਤੇ ਕਿਹੜਾ ਸ਼ਬਦ ਆ, ਕੀ ਫੁਰਨਾ ਫੁਰਿਆ, ਉਸ ਹਿਸਾਬ ਨਾਲ ਗੱਲ ਕੀਤੀ ਉਹਨਾਂ ਨੇ। ਪਰ ਇਹ ਗੱਲ ਮੰਨਣਯੋਗ ਵੀ ਆ, ਕਿਉਂਕਿ ਕੁਝ ਡਿਸੀਜਨ ਜਿਹੜੇ ਹੈਗੇ ਆ ਇਹਨਾਂ ਦੇ ਇਟਸੈਲਫ ਇਕੱਲਿਆਂ ਦੇ ਨਹੀਂ ਹੈਗੇ, ਉਹਦੇ ਵਿੱਚ ਬਹੁਤ ਕੁਝ ਉਹਨਾਂ ਦੀ ਸਲਾਹ ਨਾਲ ਮਿਲਦਾ ਜੁਲਦਾ ਹੁੰਦਾ। ਜਦੋਂ ਉਹਨਾਂ ਰਾਜ ਸਭਾ ਦਾ ਮੈਂਬਰ ਬਣਾਉਂਦਾ, ਲੋਕਾਂ ਨੇ ਰੌਲਾ ਪਾਇਆ ਰਾਘਵ ਚੱਡਾ ਨੂੰ ਬਣਾ ਕੇ, ਉਹਦੇ ਨਾਲ ਯੂਨੀਵਰਸਿਟੀ ਦਾ ਲਵਲੀ ਯੂਨੀਵਰਸਿਟੀ ਤੋਂ ਵੀ ਬਣਾਤਾ, ਇੱਕ ਲੁਧਿਆਣੇ ਤੋਂ ਬਿਜ਼ਨਸਮੈਨ ਬਣਾਤਾ। ਭਾਜੀ ਤਾਂ ਚਲੇ ਗਏ, ਚੰਗਾ ਸਪੋਰਟਸ ਦੇ ਹੈਗੇ ਆ, ਯੰਗ ਹੈਗੇ ਆ, ਕੰਮ ਕਰਨ ਵਾਲੇ ਹੈਗੇ ਆ, ਹੈ ਨਾ। ਸੀਚੇਵਾਲ ਸਾਹਿਬ ਭੇਜੇ ਆ, ਉਹਨਾਂ 'ਤੇ ਕੋਈ ਕਿੰਤੂ ਪਰੰਤੂ ਨਹੀਂ ਗਾ। ਸਾਨੀ ਜੀ ਗਏ, ਕੋਈ ਕਿੰਤੂ ਪਰੰਤੂ ਨਹੀਂ। ਕਿਤੇ ਕਿਤੇ ਲੋਕਾਂ ਨੂੰ ਗੱਲ ਜਿਹੜੀ ਅੜਦੀ ਰਹੀ, ਉਹਦੇ 'ਤੇ ਲੋਕਾਂ ਨੇ ਦੁੱਖ ਪ੍ਰਗਟਾਇਆ, ਲੋਕਾਂ ਨੇ ਕਿਹਾ ਵੀ ਆ ਕੀ ਕਰ ਦਿੱਤਾ। ਇਹ ਜਨਤਾ ਦੀ ਮਰਜ਼ੀ ਨਾਲ ਹੋਣਾ ਚਾਹੀਦਾ ਸਭ ਕੁਝ। ਜਿੱਥੇ ਲੋਕਾਂ ਹਾਂ ਕਹਿੰਦੇ ਆ, ਜਿੱਥੇ ਅੰਗੂਠਾ ਦਿਖਾਉਂਦੇ ਆ, ਉਹ ਘੱਟ ਦਿਖਾਏ ਆ। ਜਿਹੜੇ ਇਸ਼ਾਰੇ ਨਹੀਂ ਹੈਗੇ, ਆ ਸੋਸ਼ਲ ਮੀਡੀਆ 'ਤੇ ਵੀ ਐਂ ਕਰ ਦਿੰਦੇ ਆ, ਹੈ ਨਾ, ਜਾਂ ਐਂ ਕਰ ਦਿੰਦੇ ਆ, ਉਹ ਇਸ਼ਾਰੇ ਵੀ ਬਹੁਤ ਇਸ਼ਾਰੇ ਤਾਂ ਹੈਗੇ ਨੇ, ਉਹ ਤਾਂ ਲਾਈਕਸ ਡਿਸਲਾਈਕਸ। ਅੰਗਰੇਜ਼ ਵੀ ਮੰਨਦੇ ਇਸ ਗੱਲ ਨੂੰ। ਅੰਗਰੇਜ਼ ਆਪਾਂ ਇਹ ਗੱਲ ਕਰਾਂਗੇ ਕਿ ਡਿਲੀਵਰ ਕੀ ਹੋ ਰਿਹਾ ਹੈ, ਡਿਲੀਵਰੈਂਸ ਕੀ ਹੈ, ਲੋਕਾਂ ਦੇ ਪੱਲੇ ਕੀ ਪਾ ਰਹੇ ਹੋ, ਸਟੇਟ ਦੇ ਪੱਲੇ ਕੀ ਪਾ ਰਹੇ ਹੋ, ਗੱਲ ਇੱਥੇ ਕਰੋ। ਫਿਰ ਉਹ ਕਹਿੰਦੇ ਥੋੜਾ ਸਮਾਂ, ਥੋੜੇ ਸਮੇਂ 'ਚ ਵੀ ਬੜਾ ਕੁਝ ਹੁੰਦਾ। ਇਹ ਤਾਂ ਨਹੀਂ ਹੁੰਦਾ ਵੀ ਤੁਸੀਂ 6 ਸਾਲਾਂ ਬਾਅਦ ਹੀ ਕਰਨਾ ਜਾਂ 5 ਸਾਲਾਂ ਬਾਅਦ। ਥੋੜਾ ਸਮਾਂ ਕਰਕੇ 4 ਮਹੀਨੇ ਹੋ ਗਏ ਨੇ, ਹਾਂ ਬਹੁਤ ਹੋ ਗਏ ਨੇ। ਨਹੀਂ ਹੁਣ ਕੰਪਿਊਟਰ ਯੁੱਗ ਆ, ਹੁਣ ਉਹ ਯੁੱਗ ਨਹੀਂ ਹੈਗਾ ਵੀ ਤੁਸੀਂ ਜੁੱਤੀ ਲਾ ਕੇ ਤੁਰਨ ਵਾਲਾ ਯੁੱਗ ਨਹੀਂ ਹੈਗਾ ਵੀ ਤੁਸੀਂ ਪਿੰਡ ਦੂਜੇ ਜਾਣਾ ਵਾ ਤੇ ਝੋਲਾ ਫੜ ਲਿਆ ਤੇ ਨਾਲ ਡੰਡਾ ਫੜ ਲਿਆ ਵੀ ਅੱਗੇ ਸੱਪ ਨਾ ਵੇ ਤੁਰਨਾ। ਹੁਣ ਕੰਪਿਊਟਰ ਆ। ਉਹ ਕਹਿੰਦੇ ਨੇ ਨਾ, ਇੱਕ ਅੰਗਰੇਜ਼ੀ 'ਚ ਕਹਾਵਤ ਹੈ, ਸੋ ਮੈਨੀ ਕੁਕਸ ਸਪੋਇਲ ਦ ਕੇਕ। ਕੇਕ ਬਣਾਉਣ ਲੱਗਿਆ, ਜੇ ਇੱਕ ਕੁੱਕ ਕੇਕ ਬਣਾਵੇ ਤਾਂ ਵਧੀਆ, ਜੇ 6-7 ਕੁੱਕ ਹੋ ਜਾਣਗੇ ਨਾ, ਕੁੱਕ ਨੇ ਉਹ ਸਾੜ ਦੇਣਾ ਕੇਕ। ਉਹ ਆਂਦੇ ਨਾ ਕਿ ਸਭ ਆਪਣੀ ਆਪਣੀ ਮੱਤ ਮਾਰਨਗੇ ਵਿੱਚ। ਆਂਦੇ 2 ਬੰਦੇ ਤਾਂ ਬਹੁਤ ਵਧੀਆ ਕਰ ਲੈਂਦੇ ਕੰਮ ਨੂੰ, ਤੂੰ ਆਂਦੇ ਤੀਜਾ ਮਿਲਿਆ ਤੇ ਝੁੱਗਾ ਗਲਿਆ। ਹਾਂਜੀ, ਝੁੱਗਾ ਗਲ ਕੇ ਆ ਜਿਹੜੇ 3 ਸਲਾਵਾਂ ਨੇ, ਉਹਨਾਂ ਨੇ ਮੈਨੂੰ ਕਹਿੰਦੇ ਯਾਰ ਇਹਨੂੰ ਐਨੂੰ ਮੋੜ ਮਾੜਾ ਜਾ, ਨਹੀਂ ਇਹਨੂੰ ਤੈਨੂੰ ਸਿੱਧਾ ਕਰ, ਇਹਨੂੰ ਉਹਨੂੰ ਕਰਕੇ ਉਹਨੂੰ ਤੋੜ ਹੀ ਦੇਣਾ ਚੀਜ਼। ਉਹ ਹੈਗਾ ਜ਼ਿਆਦੀਆਂ ਸਲਾਹਾਂ ਜਿਹੜੀਆਂ ਹੈਗੀਆਂ, ਇਹ ਬਰਬਾਦੀ ਦਾ ਸੁਨੇਹਾ ਵੀ ਹੁੰਦੀਆਂ, ਖਤਰਨਾਕ ਘੰਟੀ ਹੈ। ਬਿਲਕੁਲ, ਕਿਉਂਕਿ ਡਿਸਾਈਸਿਵ ਹੋਣਾ ਚਾਹੀਦਾ, ਡਿਸੀਜਨ ਹੋਣੇ ਚਾਹੀਦੇ ਨੇ, ਨਤੀਜੇ ਆਉਣੇ ਚਾਹੀਦੇ ਨੇ। ਡਿਸੀਜਨ ਤੇ ਜਿਹੜੇ ਸੈਨਾਪਤੀ ਰਹੇ ਆ ਜਾਂ ਜਿਹੜੇ ਵੱਡੇ ਰਹੇ ਆ, ਮਹਾਰਾਜਾ ਰਣਜੀਤ ਸਿੰਘ ਦੇ ਇਕੱਲੇ ਡਿਸੀਜਨ ਨੇ ਕਾਬਲ ਕੰਧਾਰਤੀਆਂ ਕੰਧਾਂ ਤੱਕ ਲਾ ਦਿੱਤੀਆਂ। ਹਰੀ ਸਿੰਘ ਨਲੂਆ ਨੇ ਔਰ ਸੈਨਾਪਤੀ ਦੇ ਤੌਰ ਤੇ ਮਨੁੱਤਰਾ ਜੀ ਆਏ, ਇਕੱਲਾ ਬੰਦਾ ਵੀ ਡਿਸਾਈਡ ਕਰ ਦਿੰਦਾ। ਲਾਈਫ ਇਜ਼ ਆਲ ਅਬਾਊਟ ਡਿਸੀਜਨ। ਬਸ ਡਿਸੀਜਨ ਤੁਸੀਂ ਟਾਈਮ ਦੇ ਨਾਲ ਜਦੋਂ ਰਾਈਟ ਡਿਸੀਜਨ ਲੈਂਦੇ ਹੋ, ਰਿਜ਼ਲਟ ਆਉਂਦੇ ਨੇ। ਕੁਇਕ ਡਿਸੀਜਨ ਉਸੇ ਵੇਲੇ ਜੋ ਕੁਝ ਕਹਿ ਲਿਆ ਟਾਈਮਿੰਗ ਹੈ। ਔਰ ਇੱਕ ਸੋਲਿਡ ਡਿਸੀਜਨ, ਇੱਕ ਡਿਸੀਜਨ ਹੋਣਾ ਚਾਹੀਦਾ, ਸਿੰਗਲ ਮਾਈਂਡ ਹੋਣਾ ਚਾਹੀਦਾ। ਜਿਆਦੀਆਂ ਸਲਾਹਾਂ ਵੀ ਖਤਮ ਕਰ ਦਿੰਦੇ। ਬਿਲਕੁਲ। ਸੋ ਅੱਗੇ ਵਧੀਏ ਜੀ। ਸਲਾਹ ਸਭ ਤੋਂ ਲਵੋ, ਪਰ ਡਿਸੀਜਨ ਤਾਂ ਲਵੋ ਇੱਕ ਹੀ। ਯਾ ਸੋ ਅੱਗੇ ਚੱਲੀਏ ਜੀ। ਕਾਂਗਰਸੀ ਆਗੂ ਅਧੀਰ ਰੰਜਨ ਜੀ ਦੀ ਜੋ ਰਾਸ਼ਟਰਪਤੀ ਦੇ ਟਿੱਪਣੀ ਹੈ, ਸੰਸਦ ਵਿੱਚ ਹੰਗਾਮਾ, ਔਰ ਹੰਗਾਮਾ ਵੀ ਇੰਨਾ ਕਿ ਜਿਹੜਾ ਸਾਡਾ ਟੈਕਸ ਪੇਅਰਸ ਦੀ ਮਨੀ ਹੈ ਉਹ ਲਾਸ ਹੋ ਰਹੀ ਆ, ਕਿਉਂਕਿ ਸਾਡੇ ਮਨੀ ਦੇ ਉੱਤੇ ਹੀ ਤਾਂ ਸਾਰੇ ਖਰਚੇ ਹੁੰਦੇ ਨੇ। ਸੰਸਦ ਵੀ ਸਾਡੇ ਟੈਕਸ ਪੇਅਰਸ ਦੀ ਮਨੀ ਤੇ ਹੀ ਚੱਲਦੀ ਆ। ਪਰ ਜੇ ਤੁਸੀਂ ਉੱਥੇ ਜਾ ਕੇ ਰੌਲਾ ਹੀ ਪਾਉਣਾ ਤਾਂ ਫਿਰ ਦੱਸੋ, ਸਾਡਾ ਪੈਸਾ ਤਾਂ ਕਿਸੇ ਖਾਤੇ ਨਾ ਗਿਆ, ਉਹ ਤਾਂ ਵੇਸਟ ਹੋ ਗਿਆ। ਹੁਣ ਤੁਸੀਂ ਦੱਸੋ, ਇਸ ਦੇ ਉੱਤੇ ਹੰਗਾਮਾ ਕਰਦੇ ਪਏ ਨੇ। ਔਰ ਉਹਨਾਂ ਨੇ ਰੰਜਨ ਜੀ ਨੇ ਕਲੀਅਰ ਵੀ ਕੀਤਾ ਕਿ ਉਹਨਾਂ ਦੀ ਪ੍ਰੋਬਲਮ ਹੈ ਲੈਂਗੁਏਜ ਦੀ। ਉਹਨਾਂ ਨੂੰ ਹਿੰਦੀ ਪੂਰੀ ਤਰ੍ਹਾਂ ਨਹੀਂ ਆਉਂਦੀ। ਅਸੀਂ ਉਹਨਾਂ ਨੂੰ ਦੇਖੀਏ ਜਦੋਂ ਪਾਰਲੀਮੈਂਟ 'ਚ ਬੋਲਦੇ ਹੋਏ ਵੀ, ਉਹ ਹਿੰਦੀ, ਗੁਲਾਬੀ ਹਿੰਦੀ ਉਹ ਬੋਲਦੇ ਨੇ, ਪਤਾ ਨਹੀਂ ਲੱਗਦਾ। ਸੋ ਉਹ ਕਹਿੰਦੇ ਕਿ ਜਦੋਂ ਮੈਂ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਪਿਆ ਸੀ ਤੇ ਮੇਰੇ ਮੂੰਹ 'ਚੋਂ ਇਹ ਨਿਕਲ ਗਿਆ ਗਲਤੀ ਨਾਲ, ਤੇ ਪੱਤਰਕਾਰ ਨੇ ਮੈਨੂੰ ਟੋਕਿਆ ਵੀ, ਕਹਿੰਦਾ ਤੁਸੀਂ ਰਾਸ਼ਟਰਪਤੀ ਕਹਿਣਾ ਚਾਹੁੰਦੇ ਹੋ? ਕਹਿੰਦੇ ਹਾਂ। ਮੈਂ ਕਰੈਕਟ ਕਰ ਦਿੱਤਾ ਕਿ ਰਾਸ਼ਟਰਪਤੀ ਕਹਿਣਾ ਚਾਹੁੰਦਾ। ਔਰ ਮੈਂ ਕਿਹਾ ਵੀ, ਉਹਨਾਂ ਦੇ ਇਹ ਖਬਰ ਆਈ ਹੈ, ਉਸ ਪੱਤਰਕਾਰ ਨੂੰ ਕਿਹਾ ਵੀ ਕਿ ਇਹ ਕਮ ਸੇ ਕਮ ਇਸ ਨਿਊਜ਼ ਨੂੰ ਨਾ ਚਲਾਈਓ ਜੋ ਮੈਂ ਗਲਤ ਬੋਲ ਗਿਆ, ਗਲਤੀ ਨਾਲ ਬੋਲ ਗਿਆ, ਇਸ ਕਰਕੇ ਇਹਨੂੰ ਹਟਾ ਦਿਓ। ਪਰ ਨਹੀਂ ਹਟਾਇਆ ਗਿਆ, ਉਸ ਚੀਜ਼ ਨੂੰ ਵਾਇਰਲ ਕਰ ਦਿੱਤਾ ਗਿਆ ਔਰ ਉਹ ਪਾਰਲੀਮੈਂਟ ਦੇ ਵਿੱਚ ਇਸ਼ੂ ਬਣ ਗਿਆ। ਔਰ ਪਾਰਲੀਮੈਂਟ ਦੇ ਵਿੱਚ ਸਮਾਂ ਬਰਬਾਦ ਹੋ ਰਿਹਾ, ਜਿਹੜਾ ਸਮਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਉੱਤੇ ਡਿਸਕਸ਼ਨ ਕਰਨ ਦੇ ਵਿੱਚ ਲੱਗਣਾ ਚਾਹੀਦਾ, ਉਹ ਸਮਾਂ ਇਹ ਫਜ਼ੂਲ ਦੀਆਂ ਗੱਲਾਂ ਦੇ ਉੱਤੇ ਲੱਗ ਰਿਹਾ। ਫਜ਼ੂਲ ਦੀ ਗੱਲ ਕਿਉਂ? ਕਿਉਂਕਿ ਪੱਤਰਕਾਰ ਨੇ ਇਹ ਗਲਤੀ ਕੀਤੀ, ਉਹਨੂੰ ਇੱਕ ਗੱਲ ਅੱਗੇ ਵਧਾ ਕੇ ਇੱਕ ਸਾਰੇ ਮਸਲੇ ਨੂੰ ਇੱਕ ਮਤਲਬ ਟਾਈਮ ਫਜ਼ੂਲ ਕਰਨ ਦੇ ਵਿੱਚ ਲਗਾ ਦਿੱਤਾ। ਆਹ ਗੱਲ ਇਹ ਹੈਗੀ ਹੈ ਕਿ ਦੇਖੋ, ਜਿਹੜਾ ਇੱਕ ਪੰਜਾਬੀ ਦਾ ਖਾਣਾ ਕਿ ਕੁੱਕੜ ਖੇਡ ਆਈ ਤੇ ਆਪਣੇ ਸਿਰ ਪਾਈ। ਇਹ ਪਾਰਲੀਮੈਂਟ ਦੀ ਗੱਲ ਆ, ਉਹਦੀ ਕੋਈ ਮਾਨ ਮਰਿਆਦਾ ਵਾ, ਉਹਦੇ ਕੋਈ ਰੂਲ ਆ, ਕੋਈ ਰੈਗੂਲੇਸ਼ਨ ਆ। ਜੇ ਕਿਤੇ ਕੋਈ ਗੱਲ ਜ਼ਬਾਨ ਫਿਸਲ ਜਾਂਦੀ ਆ, ਤੁਸੀਂ ਕਿਤੇ ਗੱਲ ਕੀਤੀ ਆ, ਲੈਂਗੁਏਜ ਦੀ ਪ੍ਰੋਬਲਮ ਆ, ਕਮਿਊਨੀਕੇਟ ਨਹੀਂ ਕਰ ਸਕੇ ਤਰੀਕੇ ਨਾਲ, ਤੇ ਉਹਦੇ 'ਚ ਉਹਨਾਂ ਨੇ ਕਿਹਾ ਵਾ ਕਿ ਮੈਥੋਂ ਆ ਗਲਤੀ ਹੋ ਗਈ। ਕਿਹਾ ਵਾ ਜਿਹਦੇ 'ਚੋਂ ਉਹ ਬਿਹਾਰੀ ਲੱਗੀ ਨਾਲ, ਜਦੋਂ ਉਹਨੇ ਨਾ ਪਤੀ ਤੋਂ ਬਾਅਦ ਪਤਨੀ ਬੋਲਿਆ ਗਿਆ, ਉਹਨਾਂ ਕੋਲ ਰਾਸ਼ਟਰਪਤੀ ਕਿਹਾ, ਉਹਨਾਂ ਕੋਲ ਬੋਲਿਆ ਗਿਆ, ਉਸ ਗੱਲ ਤੇ ਮਾਫੀ ਮੰਗਦੇ ਆ, ਕਿਉਂਕਿ ਉਹਨਾਂ ਨਾਲ ਕੋਈ ਇਹਨਾਂ ਦਾ ਵੈਰ ਵਿਰੋਧ ਨਹੀਂ। ਰਾਸ਼ਟਰਪਤੀ ਬੜੀ ਆਨਰੇਬਲ, ਬੜੀ ਵੱਡੀ ਕੁਰਸੀ ਆ ਕਿ ਸਾਨੂੰ ਕੋਈ ਮਤਲਬ ਹੀ ਨਹੀਂ ਇਸ ਗੱਲ ਨਾਲ ਕਿ ਉਹ ਕਿਸ ਕਮਿਊਨਿਟੀ ਤੋਂ ਨੇ, ਕਿਸ ਜ਼ਾਤ ਪਾਤ ਤੋਂ ਨੇ।
ਇੱਕ ਗੱਲ ਹੈਗੀ ਹੈ ਇੱਥੇ ਅੱਜ ਦੀ ਵਿਰੋਧੀ ਪਾਰਟੀ ਦੀ, ਉਹ ਕਾਂਗਰਸ ਦੇ ਆਗੂ ਆ, ਨੇਤਾ ਵਾ, ਉਹਦੇ 'ਤੇ ਕਰਕੇ ਇਹਦੇ 'ਚ ਹੁਣ ਕੌਣ ਨਾਲ ਲੜ ਰਿਹਾ? ਰੂਲਿੰਗ ਪਾਰਟੀ ਜਿਹੜੀ ਇੱਥੇ ਮੰਤਰੀ ਸਮ੍ਰਿਤੀ, ਉਹਨਾਂ ਨੇ ਅੱਜ ਬਹੁਤ ਕੁਝ ਬੋਲਿਆ ਉਹਨਾਂ ਦੇ ਬਾਰੇ, ਔਰ ਉਹਦੇ 'ਚ 1 ਬਾਈ 1 ਸੀਤਾਰਮਨ ਜਿਹੜੇ ਮੈਡਮ ਨੇ, ਜਿਹੜੇ ਇਹਦੇ 'ਚ ਫਾਈਨਾਂਸ ਮਿਨਿਸਟਰ ਆ, ਉਹਨਾਂ ਨੇ ਵੀ ਬਹੁਤ ਕੁਝ ਕਿਹਾ ਗਿਆ। ਔਰ ਕੌਣ ਬੋਲ ਰਿਹਾ? ਔਰਤਾਂ ਹੀ ਬੋਲ ਰਹੀਆਂ, ਔਰ ਉਹ ਬੋਲ ਰਹੀਆਂ ਉਹਦੇ ਅਗੇਂਸਟ। ਉਹਨੇ ਕਿਹਾ ਮੈਂ ਮਾफ़ੀ ਮੰਗੂ, ਪਰ ਉਹਨਾਂ ਕੋਲ ਸਿੱਧੀ ਇਸ ਕਿਸੇ ਦੂਜੇ ਰੂਲਿੰਗ ਪਾਰਟੀ ਦੇ ਨੇਤਾ ਕੋ ਕਿਸੇ ਕੋ ਨਹੀਂ ਮੰਗੂਗਾ, ਮੈਂ ਸਿੱਧਾ ਉਹਨਾਂ ਦੇ ਹਾਜ਼ਰ ਹੋਊਂਗਾ, ਉਹਨਾਂ ਦੇ ਪੈਰੀਂ ਹੱਥ ਲਾ ਕੇ ਮਾफ़ੀ ਮੰਗ ਲੂੰਗਾ। ਇਹ ਗੱਲ ਤਾਂ ਵੱਡੀ ਹੈ, ਹੋ ਰਿਹਾ ਤੂੰ ਗੱਲ ਕੀ ਕੋਈ ਕਤਲ ਤਾਂ ਹੋਇਆ ਹੀ ਨਹੀਂਗਾ। ਜ਼ਬਾਨ ਫਿਸਲ ਨਾਲ ਆਪਾਂ ਵੀ ਜਦੋਂ ਬੋਲਦੇ ਹਾਂ ਕਈ ਜਗ੍ਹਾ 'ਤੇ ਤੁਸੀਂ ਇੱਧਰ ਉੱਧਰ ਹੋ ਜਾਂਦਾ, ਕਿਉਂਕਿ ਹਿਊਮਨ ਬੀਇੰਗ ਹੈ ਜਦੋਂ ਬੋਲਣਾ। ਔਰ ਜੇ ਅਸੀਂ ਪੰਜਾਬੀ ਵੀ ਇੱਥੇ ਬੋਲਾਂਗੇ, ਹਿੰਦੀ, ਜੋ ਅਸੀਂ ਪੰਜਾਬੀ, ਸਾਡਾ ਐਕਸੈਂਟ ਟੋਟਲ ਹਿੰਦੀ ਨਹੀਂ ਹੋਗਾ, ਕਿ ਸਾਡਾ ਜਿਹੜਾ ਨਾਰਦਰਨ ਏਰੀਆ, ਜਿਹੜਾ ਸਾਰਾ ਪੰਜਾਬੀ ਬੋਲਣ ਵਾਲਾ ਏਰੀਆ, ਅਸੀਂ ਹਿੰਦੀ ਦੇ ਮਾਹਰ ਨਹੀਂ ਹੈਗੇ। ਹਿੰਦੀ ਜਿਹੜੀ ਅੰਬਾਲੇ ਤੋਂ ਅੱਗੇ ਸ਼ੁਰੂ ਹੋ ਜੂਗੀ, ਦਿੱਲੀ ਤੋਂ ਅੱਗੇ ਜਦੋਂ ਅਸੀਂ ਜਾਂਦੇ ਉਹ ਹੈ ਯੂਪੀ ਬਿਹਾਰ ਵਾਲੇ ਲੋਕ ਬੋਲਦੇ ਆ। ਪਾਰਲੀਮੈਂਟ 'ਚ ਜੇ ਤੁਸੀਂ ਜਾਓ ਨਾ, ਸਾਡੇ ਪੰਜਾਬ ਦੇ ਜਿਹੜੇ MP ਹਨ, ਮੈਂ ਦਾਅਵੇ ਨਾ ਕਹਿਣਾ ਕੋਈ ਚੱਜ ਨਾਲ ਨਹੀਂ ਬੋਲ ਸਕੂਗਾ। ਅੰਗਰੇਜ਼ੀ ਤੇ ਨਹੀਂ ਕਮਾਂਡ ਹੈ, ਨਹੀਂ ਹਿੰਦੀ ਬੋਲ ਨਹੀਂ ਸਕਦੇ, ਪੰਜਾਬੀ ਕਿਸੇ ਨੇ ਸਮਝਣੀ ਨਹੀਂ। ਜਿਸ 'ਚ ਸਾਡੇ ਜਿਹੜੇ MP ਨੇ ਉੱਥੇ ਬੈਠੇ ਆ, ਉਹ ਬਹੁਤ ਘੱਟ ਬੋਲਦੇ ਆ। ਇਸ ਕਰਕੇ ਬੋਲਦੇ ਘੱਟ ਹੈ ਕਿ ਲੈਂਗੁਏਜ ਪ੍ਰੋਬਲਮ ਹਿੰਦੀ ਦਾ, ਜਿਹੜਾ ਹਿੰਦੀ ਦਾ ਹੈਗਾ ਨਾ, ਜਿਹੜੀ ਸ਼ੁੱਧ ਹਿੰਦੀ ਬੋਲਣੀ ਤੁਸੀਂ, ਜਾਂ ਜਿੱਥੇ ਤੁਸੀਂ ਬੋਲੋਗੇ ਹਿੰਦੀ ਲਿਖਣ 'ਚ ਵੀ ਬਹੁਤ ਔਖਾ, ਅੱਧੇ ਅੱਖਰ ਪੈਣਗੇ, ਪੂਰਾ ਅੱਖਰ ਨਹੀਂ ਪਊਗਾ, ਇਹਦਾ ਤਲੱਫਜ਼, ਇਹਦਾ ਐਕਸੈਂਟ ਹੋ ਰਿਹਾ। ਹੁਣ ਜੇ ਆਪਾਂ ਟੌਪਿਕ ਤੇ ਗੱਲ ਕਰੀਏ ਤਾਂ ਕੋਈ ਵੀ, ਜਿਵੇਂ ਹੁਣ ਪੁਰਾਣਾ ਲੀਡਰ ਹੈ ਅਧੀਰ ਰੰਜਨ, ਕਿਹੜੇ ਅੱਜ ਦੇ ਨੇ ਕਾਂਗਰਸ ਦੇ ਵਿੱਚ, ਬੜੇ ਪੁਰਾਣੇ ਹੈ ਨਾ, ਬੜੇ ਉਹਨਾਂ ਦੇ ਸਿਰਮੌਰ ਲੀਡਰ ਨੇ, ਉਹ ਇਦਾਂ ਦੀ ਗੱਲ ਥੋੜਾ ਕਰਨਗੇ। ਕਈ ਸਮਾਗਮ ਕੀਤੇ ਆ, ਠੀਕ ਹੈ ਨਾ, ਇਦਾਂ ਦੀ ਕਿਹਨੂੰ ਨਹੀਂ ਪਤਾ ਕਿ ਰਾਸ਼ਟਰਪਤੀ ਦੀ ਉਪਾਧੀ, ਉਹਨਾਂ ਦਾ ਪਦਵੀ ਕਿੰਨੀ ਵੱਡੀ ਹੈ, ਨੰਬਰ 1 ਫਸਟ ਸਿਟੀਜ਼ਨ ਆਫ ਇੰਡੀਆ। ਉਹ ਕੋਈ ਇਦਾਂ ਦੀ ਗਲਤੀ ਜਾਣਬੁੱਝ ਕੇ ਥੋੜਾ ਕਰਨਗੇ। ਇਦਾਂ ਦੇ ਸ਼ਬਦਾਵਲੀ ਦਾ ਇਸਤੇਮਾਲ ਉਹ ਕਰ ਹੀ ਨਹੀਂ ਸਕਦੇ, ਕੋਈ ਵੀ ਨਹੀਂ ਕਰੇਗਾ ਨਾ। ਕੋਈ ਕਰੇਗਾ ਕਿਉਂ? ਮਤਲਬ ਗੱਲ ਇਹ ਹੈ ਕਿ ਕੋਈ ਨਹੀਂ ਕਰੇਗਾ। ਇਹ ਸਲਿਪ ਆਫ ਟੰਗ ਆ, ਔਰ ਇਸ ਨੂੰ ਇਸ਼ੂ ਬਣਾ ਕੇ, ਜਿਹਨੂੰ ਕਹਿੰਦੇ ਨਾ ਰਾਈ ਦਾ ਪਹਾੜ ਬਣਾ ਦੇਣਾ, ਇਹ ਉਹ ਗੱਲ ਹੈ। ਕੋਈ ਹੋਰ ਲੈ ਲਓ, ਕੋਈ ਮਸਲਾ ਨਿੱਕਾ ਮੋਟਾ ਹੈਗਾ, ਨਿੱਕਾ ਮੋਟਾ ਮਸਲਾ, ਕਿਉਂਕਿ ਸਮਾਂ ਜੋ ਹੈ, ਹਾਂ, ਸਾਨੂੰ ਇੱਕ ਗੱਲ ਹੈ, ਉਹ ਤਾਈਵਾਨ ਤੇ ਚੀਨ ਵਾਲੀ ਆਪਾਂ ਗੱਲ ਲੈ ਲੈਂਦੇ ਆ, ਕਿਉਂਕਿ ਲੋਕ ਕਹਿ ਰਹੇ ਨੇ ਕਿ ਕਿਤੇ 3rd ਵਰਲਡ ਵਾਰ ਵੱਲ ਨਾ ਗੇਮ ਮੁੜ ਜਾਏ, ਕਿਉਂਕਿ ਚੀਨ ਨੇ ਧਮਕੀ ਦੇ ਦਿੱਤੀ ਹੈ। ਬਿਲਕੁਲ, ਉਹਦੇ ਬਾਰੇ ਤੁਸੀਂ ਜਾਣੂ ਕਰਾ ਦਿਓ। ਇਹ ਕੀਤਾ ਗਿਆ ਕਿ ਇੱਕ ਵਾਰੀ ਇਹਨਾਂ ਦੇ ਉਧਰੋਂ ਕੋਈ ਮੰਤਰੀ ਨੇ ਆਉਣਾ ਵਾ, ਤਾਈਵਾਨ 'ਚ ਆ ਰਹੇ ਨੇ, ਉਹ ਤੇ ਪਲੋਸੀ, ਉਹਨਾਂ ਨੇ ਨੈਂਸੀ ਪਲੋਸੀ, ਔਰ ਇਹਨਾਂ ਨੇ ਕਹਿਤਾ ਵੀ ਜੇ ਥ੍ਰੈਟ ਕੀਤਾ ਵੀ ਜੇ ਉੱਥੋਂ ਦੀ ਆ ਕੇ ਸਿੱਧਾ ਤਾਈਵਾਨ ਨੂੰ ਗਏ ਤਾਂ ਅਸੀਂ ਇਹਦਾ ਜਹਾਜ਼ ਉਡਾ ਦਾਂਗੇ। ਔਰ ਉਹਨਾਂ ਨੇ ਬਾਈਡਨ ਨਾਲ ਗੱਲ ਕੀਤੀ ਹੈ, ਇਹਨਾਂ ਦੇ ਸ਼ੀ ਜਿਨਪਿੰਗ ਜਿਹੜੇ ਇਹਨਾਂ ਦੇ ਰਾਸ਼ਟਰਪਤੀ ਆ ਚਾਈਨਾ ਦੇ, ਤਾਂ ਉਹਨਾਂ ਨੇ ਕਿਹਾ ਕਿ ਜੇ ਗੱਲ ਹੋ ਗਈ ਤਾਂ ਅਸੀਂ ਬਹੁਤ ਬੁਰੀ ਤਰ੍ਹਾਂ ਆਵਾਂਗੇ। ਉਹਨਾਂ ਨੇ ਕਿਹਾ ਅਮਰੀਕਾ ਨੂੰ ਕਿ ਡੋਂਟ ਪਲੇ ਵਿਦ ਫਾਇਰ, ਅੱਗ ਨਾਲ ਨਾ ਖੇਡੋ। ਔਰ ਦੇਖੋ, ਤਾਂ ਦੂਜੀ ਗੱਲ ਹੈਗੀ ਕਿ ਇਹਦੇ 'ਚ ਇਹਨਾਂ ਦੀ ਹਮਾਇਤ ਕਰਨ ਲਈ, ਤਾਈਵਾਨ ਦੀ ਹਮਾਇਤ ਕਰਨ ਲਈ ਬੜੇ ਦੇਸ਼ ਨੇ, ਜਿਹਦੇ 'ਚ ਕੈਨੇਡਾ ਵੀ ਆ, ਬ੍ਰਿਟੇਨ ਵੀ ਆ, ਜਿਹਦੇ 'ਚ ਫਰਾਂਸ ਵੀ ਆ, ਔਰ ਅਮਰੀਕਾ ਵੀ ਆ, ਔਰ ਜਿਹਦੇ 'ਚ ਚਾਈਨਾ ਦੇ ਨਾਲ ਵੀ ਥੋੜ੍ਹੇ ਦੇਸ਼ ਆ। ਪਰ ਇਹ ਨਾ ਹੋਏ ਕਿ ਕਿਤੇ ਗੁੱਤਮ-ਗੁੱਥਾਂ ਹੋਣ ਲਈ ਸਾਰੇ ਦੇਸ਼ ਇਕੱਠੇ ਹੋ ਕੇ ਕੱਲ੍ਹ ਨੂੰ ਜਿਹੜਾ ਇਹਦਾ ਸਿੱਟਾ ਮਾੜਾ ਨਿਕਲੇ। ਦੂਜੀ ਗੱਲ ਰਹੀ 160 ਕਿਲੋਮੀਟਰ ਦਾ ਫਾਸਲੇ 'ਤੇ ਹੀ ਵਸ ਰਿਹਾ ਤਾਈਵਾਨ। ਉਦੋਂ ਬਾਅਦ ਉਹਨਾਂ ਦਾ ਬੈਕ ਟੂ ਬੈਕ ਲੜਨਾ, ਫੇਸ ਟੂ ਫੇਸ ਲੜਨਾ, ਔਰ ਉਹ 'ਚ ਮਿਜ਼ਾਈਲਾਂ ਚਲਾਉਣਾ, ਜਿੱਦਾਂ ਯੂਕਰੇਨ ਦਾ ਤਾਂ ਰਸ਼ੀਆ ਦਾ ਲੜਾਈ ਹੋ ਰਹੀ ਆ, ਇਹ ਉਹਦਾ ਹੀ ਇੱਕ ਪੈਟਰਨ ਆ। ਇਸ ਕਰਕੇ ਪੈਟਰਨ ਹੈ ਕਿ 1949 ਤੋਂ ਲੈ ਕੇ ਟਿਲ ਡੇਟ ਜਿਹੜਾ ਇਹਨਾਂ ਦਾ ਅਧਿਕਾਰ ਉਹਦੇ 'ਤੇ ਜਮਾ ਰੱਖਿਆ ਇਹਨਾਂ ਨੇ ਤਾਈਵਾਨ 'ਤੇ, ਚਾਈਨਾ ਨੇ, ਔਰ ਉਹਨੂੰ ਆਪਣੀ ਇਹ ਬਸਤੀ ਮੰਨਦੇ ਆ। ਪਰ ਉਹ ਮੰਨਦੇ ਆ ਕਿ ਸਾਡੇ ਕੋਲ, ਅਸੀਂ ਲੋਕਤੰਤਰ ਦੀ ਸਰਕਾਰ ਹੈ ਸਾਡੇ, ਇਹ ਹੈਗੇ ਆ ਕਮਿਊਨਿਸਟਵਾਦੀ, ਅਸੀਂ ਇਹਨਾਂ ਨੂੰ ਨਹੀਂ ਮੰਨਦੇ, ਇਹਨਾਂ ਦੀ ਲੋਕਧਾਰਾ ਹੋਰ ਆ, ਸਾਡੀ ਹੋਰ ਆ, ਅਸੀਂ ਇਹਨਾਂ ਦੇ ਨੇੜੇ ਨਹੀਂ ਆਵਾਂਗੇ, ਨਾ ਇਹਨਾਂ ਨੂੰ ਅਸੀਂ ਅੰਦਰ ਵੜਨ ਦੇਵਾਂਗੇ। ਪਰ ਬਿਜ਼ਨਸ ਦੋਵਾਂ ਦਾ ਇੱਕੋ ਹੈਗਾ, ਜਿਸ 'ਚ ਉਹ ਵੀ ਮੋਬਾਈਲ ਬਣਾਉਂਦੇ ਆ, ਉਹਦੇ 'ਚ ਮਾਈਕਰੋਸਾਫਟ ਬਣ ਰਿਹਾ, ਉਹਦੇ 'ਚ ਚਿੱਪ ਬਣ ਰਹੀਆਂ ਜਿਹੜੀਆਂ ਅਮਰੀਕਾ ਨੂੰ ਸਪਲਾਈ ਹੁੰਦੀਆਂ। ਕੱਲ੍ਹ ਕਲੋਤਰ ਨੂੰ ਜੇ ਲੜਾਈ ਹੁੰਦੀ ਹੈ ਤਾਂ ਸਾਰਾ ਕੁਝ ਫਿਰ ਮਹਿੰਗਾ ਹੋਊਗਾ, ਜਿਹੜਾ ਕਮਿਊਨੀਕੇਸ਼ਨ ਲਈ ਜੁੜਦਾ ਹੈ। ਇਹ ਦੋਵੇਂ ਦੇਸ਼ ਸਪਲਾਈ ਕਰਦੇ। ਬਿਲਕੁਲ, ਤਾਈਵਾਨ ਨੇ ਆਪਣੇ ਮੈਨੂਫੈਕਚਰਿੰਗ ਯੂਨਿਟਸ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਸ਼ਿਫਟ ਕੀਤੇ ਨੇ, ਕਿਉਂਕਿ ਚਾਈਨਾ ਤੋਂ ਥੋੜਾ ਡਰ ਹੈ ਔਰ ਅਲਰਟ ਨੇ, ਔਰ ਸਿਕਿਉਰਿਟੀ ਵਾਈਜ਼ ਵੀ। ਔਰ ਦੂਜਾ, ਤੁਸੀਂ ਇਤਿਹਾਸ ਦੇਖੋ ਨਾ, ਚਾਈਨਾ ਦਾ ਹਮੇਸ਼ਾ ਆਪਣੇ ਬਾਰਡਰਸ ਦੇ ਉੱਤੇ ਜਿਹੜੇ ਵੀ ਉਹਦੇ ਗੁਆਂਢੀ ਦੇਸ਼ ਨੇ, ਹਮੇਸ਼ਾ ਝਗੜਾ ਹੈ, ਚਾਹੇ ਦਰਿਆ ਦਾ ਝਗੜਾ ਹੈ, ਚਾਹੇ ਪਾਣੀ ਦਾ ਝਗੜਾ ਹੈ, ਵੀ ਇੱਥੋਂ ਦਾ ਸਮੁੰਦਰ ਸਾਡਾ ਹੈ, ਮਤਲਬ ਜ਼ਮੀਨ ਦਾ ਝਗੜਾ ਹੈ, ਸਾਡੇ ਨਾਲ ਵੀ ਝਗੜਾ ਹੈ, ਉਹ ਹਰੇਕ ਗੁਆਂਢੀ ਦੇਸ਼ ਨਾਲ ਉਹਦਾ ਝਗੜਾ ਹੈ। ਨੇਪਾਲ ਨਾਲ ਦੇਖੋ, ਯੂਐਨ ਜਿਹੜੀ ਹੈ ਨਾ, ਜਿਹੜੀ ਭੂਗੋਲਿਕ ਅਵਸਥਾ, ਜਿਹੜੀ ਜਿਗਰਾਫੀਕਲ ਵੰਡ ਹੈ, ਉਹਦੇ 'ਤੇ ਉਹਨਾਂ ਨੇ ਕਦੀ ਇੱਦਾਂ ਦਾ ਫੈਸਲਾ ਨਹੀਂ ਦਿੱਤਾ। ਪਾਕਿਸਤਾਨ ਨਾਲ ਵੀ ਸਾਡਾ ਰਿਹਾ ਵਾ, ਕਸ਼ਮੀਰ ਦਾ ਰੌਲਾ ਇਹਦੇ ਨਾਲ ਵੀ ਰਿਹਾ, ਨੇਪਾਲ ਨਾਲ ਵੀ ਰਿਹਾ, ਚਾਈਨਾ ਨਾਲ ਤਾਂ ਇਸ ਕਰਕੇ ਰਿਹਾ। ਪਾਕਿਸਤਾਨ ਨਾਲ ਦੋਸਤੀ ਹੈ ਚੀਨ ਦੀ, ਤਾਂ ਭਾਰਤ ਨੂੰ ਨੱਪਣ ਵਾਸਤੇ ਆ। ਇਸੇ ਕਰਕੇ ਅਮਰੀਕਾ ਨਾਲ ਹੁਣ ਤਾਈਵਾਨ ਦੀ ਕਿਉਂ ਦੋਸਤੀ ਆ? ਉਹਨਾਂ ਦੇ ਪਹਿਲਾਂ ਹੀ ਵੈਪਨ ਆ ਚੁੱਕੇ ਉੱਥੇ, ਜਿਹੜੇ ਆ ਗਏ ਆ ਬਹੁਤ ਪਹਿਲਾਂ। ਤਾਈਵਾਨ ਦੀ ਜਿਹੜੀ ਵੀ ਹੈ ਨਾ, ਜਿਹੜਾ ਅਮਰੀਕਾ, ਇਹਨੂੰ ਤਾਂ ਮੰਡੀ ਚਾਹੀਦੀ ਹੈ, ਇਹ ਲੜਾਈ ਵੀ ਚਾਹੁੰਦਾ, ਇਹ ਸ਼ਾਂਤੀ ਨਹੀਂ ਚਾਹੁੰਦਾ। ਇਸ ਕਰਕੇ ਨਹੀਂ ਕਿ ਲੜਾਈ 'ਚ ਹੋ ਜੂਗੀ ਅਤੇ ਵੈਪਨ ਵਿਕ ਜਾਣਗੇ। ਇਹਨਾਂ ਨੇ ਅੱਜ ਇਹ ਵੀ ਕਹਿ ਦਿੱਤਾ ਕਿ ਅਸੀਂ ਫਿਜ਼ੀਕਲੀ ਕੋਈ ਬੰਦਾ ਨਹੀਂ ਭੇਜਾਂਗੇ, ਕੋਈ ਹੈਲਪ ਨਹੀਂ ਕਰਾਂਗੇ, ਹਥਿਆਰ ਜਾਣਗੇ ਓਪਨਲੀ।
ਇਹ ਗੱਲ ਉਹਨਾਂ ਦੀ। ਦੇਖੋ ਗੱਲ ਇਹ ਹੈ ਕਿ ਜੇ ਅਸੀਂ ਆਪਣਾ ਇਤਿਹਾਸ ਦੇਖੀਏ ਨਾ ਭਾਰਤ ਦਾ, ਤਾਂ ਜਿਹੜੀ ਯੂਐਨਓ ਦੇ ਵਿੱਚ ਪਰਮਾਨੈਂਟ ਮੈਂਬਰਸ਼ਿਪ ਵਾਸਤੇ ਭਾਰਤ ਨੂੰ ਆਫਰ ਹੋਈ ਸੀ। ਬਹੁਤ ਪਹਿਲਾਂ ਸਾਡੇ ਜਦੋਂ ਜਵਾਹਰ ਲਾਲ ਨਹਿਰੂ ਜੀ ਗਏ, ਉਹਨਾਂ ਨੇ ਇਹ ਚਾਈਨਾ ਨੂੰ ਆਫਰ ਕਰ ਦਿੱਤੀ, ਚਾਈਨਾ ਦੀ ਸੀਟ ਹੋ ਗਈ। ਹੁਣ ਚਾਈਨਾ ਉਹ ਜਿਹੜੀ ਵੀਟੋ ਪਾਵਰ ਹੈ ਉਹ ਅਕਸਰ ਦੇਖਿਆ ਜਾਂਦਾ ਕਿ ਭਾਰਤ ਦੇ ਫੈਸਲਿਆਂ ਦੇ ਖਿਲਾਫ ਇਸਤੇਮਾਲ ਕਰਦਾ ਹੈ। ਉਹ ਤਾਂ ਹੋਣੀ ਹੈ। ਅਸੀਂ ਕੀ ਖੱਟ ਲਿਆ? ਨੇ ਆਪਣੇ ਅੱਛੇ ਸੰਬੰਧ ਤਾਂ ਰਹੇ ਨਹੀਂ, ਚਾਈਨਾ ਨਾਲ ਕੋਈ ਅੱਛੇ ਸੰਬੰਧ ਸੰਬੰਧ ਗੱਲ ਇਹ ਹੈ ਕਿ ਹਾਲਾਂਕਿ ਚਾਈਨਾ ਦੀਆਂ ਕਈ ਚੀਜ਼ਾਂ ਸਾਡੇ ਕੋਲ ਆ ਰਹੀਆਂ ਨੇ, ਬਟ ਸੰਬੰਧਾਂ ਦੇ ਹਿਸਾਬ ਨਾਲ ਇਹ ਹੈ ਕਿ ਤੁਸੀਂ ਦੇਖੋ ਹਰ ਚੀਜ਼ ਟ੍ਰੇਡ ਵਾਰ ਹੈ, ਅੱਜ ਕੱਲ ਬਿਜ਼ਨਸ ਹੈ, ਜਿੱਥੇ ਜਿੱਥੇ ਬਿਜ਼ਨਸ, ਜਿੱਥੇ ਜਿੱਥੇ ਮੰਡੀ ਮਾਰਕੀਟ ਚਾਹੀਦੀ ਹੈ, ਹਰ ਚੀਜ਼ ਨੂੰ ਜਿਹੜੀਆਂ ਚੀਜ਼ਾਂ ਆ ਰਹੀਆਂ ਆਪਾਂ ਪੈਸੇ ਖਰਚ ਕੇ ਲੈ ਰਹੇ ਹਾਂ। ਜੇ ਆਪਾਂ ਸਾਈਕਲ ਖਰੀਦੇਾਂਗੇ ਜਾਂ ਮੋਬਾਈਲ ਲੈ ਰਹੇ ਹਾਂ ਜਾਂ ਸਿਮ ਲੈ ਰਹੇ ਹਾਂ ਜਾਂ ਇਹਨਾਂ ਦੇ ਲਾਈਟਿੰਗ ਸਿਸਟਮ ਲੈ ਰਹੇ ਹਾਂ, ਉਹ ਪੈਸੇ ਨਾਲ ਆ ਰਿਹਾ। ਇਹ ਵੀ ਹਰ ਦੇਸ਼ 'ਚ ਬੈਠੇ ਇਹਨਾਂ ਦੇ, ਹਰ ਦੇਸ਼ 'ਚ ਬੈਠੇ ਨੇ ਕਿ ਜੇ ਆਪਾਂ ਇੰਡੀਆ ਦੇ ਵਿੱਚ ਆਪਣੇ ਯੂਨਿਟ ਸ਼ੁਰੂ ਕਰੀਏ, ਸੈਲਫ ਡਿਪੈਂਡੈਂਸੀ ਵੱਲ ਜਾਈਏ, ਆਤਮ ਨਿਰਭਰਤਾ ਵੱਲ ਜਾਈਏ, ਤਾਂ ਇੰਡੀਆ ਦੀ ਇਕਨੋਮੀ ਕਿੰਨੀ ਸਟਰੋਂਗ ਬਣੇ। ਪਤਾ ਨਹੀਂ ਇਹ ਕਿਹੜੇ ਪੋਲੀਟੀਕਲ ਡਿਸੀਜਨਸ ਨੇ ਜਿਹੜੇ ਅਸੀਂ ਚਾਈਨਾ ਤੋਂ ਲੈ ਕੇ ਆਉਂਦੇ ਹਾਂ, ਔਰ ਜਿਹੜੀ ਅਸੀਂ ਉਹ ਸਭ ਤੋਂ ਵੱਡੀ ਮੂਰਤੀ ਵੀ ਬਣਾਈ ਹੋਈ ਹੈ ਸਰਦਾਰ ਵੱਲਭ ਭਾਈ ਪਟੇਲ ਜੀ ਦੀ, ਔਰ ਉਹਦੇ ਵਿੱਚ ਵੀ ਚਾਈਨਾ ਦਾ ਹੱਥ ਹੈ ਬਣਾਉਣ ਦੇ ਵਿੱਚ। ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ। ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਪਾਲਿਸੀਜ਼ ਨੇ, ਪਤਾ ਨਹੀਂ ਹੈ ਪਾਲਿਸੀਜ਼ ਜਿਸ ਵੀ ਤਰੀਕੇ ਨਾਲ ਬਣਾਈਆਂ ਜਾਂਦੀਆਂ ਨੇ ਚੱਲੀ ਜਾਣੀਆਂ, ਔਰ ਲੋਕਾਂ ਨੇ ਆਪਣੀ ਰੋਜੀ ਰੋਟੀ ਕਮਾਈ ਜਾਣੀ, ਖਾਈ ਜਾਣੇ ਆ, ਨੇਤਾ ਨੇ ਆਪਣੇ ਭਾਸ਼ਣ ਦੇਈ ਜਾਣੇ ਆ, ਆਪਣੀਆਂ ਸਾਰੀਆਂ ਜਿਹੜੀਆਂ ਉੱਤੇ ਇਹਨਾਂ ਤੇ ਥੋਪਣੀਆਂ ਗੱਲਾਂ। ਇੱਕ ਗੱਲ ਹੈ ਕਿ ਹਿਊਮਨ ਲਾਈਫ ਚਾਹੁੰਦੀ ਹੈ ਕਿ ਚੇਂਜ ਆਵੇ, ਕਿਉਂਕਿ ਹਿਊਮਨ ਲਾਈਫ ਮੈਟਰ ਕਰਦੀ ਹੈ, ਕੁਦਰਤ ਮੈਟਰ ਕਰਦੀ ਹੈ, ਜਲਵਾਯੂ ਮੈਟਰ ਕਰਦੀ ਹੈ। ਇਸ ਕਰਕੇ ਵਾਤਾਵਰਣ, ਜੰਗਾਂ ਜਿਹੜੀਆਂ ਨੇ ਵਾਤਾਵਰਣ ਦੀਆਂ ਦੁਸ਼ਮਣ, ਜੰਗਾਂ ਜਿਹੜੀਆਂ ਨੇ ਇਨਸਾਨੀ ਜ਼ਿੰਦਗੀ ਦੀਆਂ ਦੁਸ਼ਮਣ, ਹਰ ਚੀਜ਼ ਦੀਆਂ ਦੁਸ਼ਮਣ ਨੇ। ਔਰ ਕਿਉਂ ਨਾ ਅਸੀਂ ਵਾਰ ਫ੍ਰੀ ਇੱਕ ਦੁਨੀਆ ਮੇਰਾ ਖਿਆਲ ਹੈ ਕਿ ਇਹ ਯੂਟੋਪੀਆ ਪ੍ਰੋਗਰਾਮ ਖਤਮ ਕਰਨਾ ਹੈ ਕਿ ਤੇ ਆਪਾਂ ਕਹਿ ਰਹੇ ਗੁਰਬਾਣੀ ਦਾ ਸ਼ਬਦ ਹੈ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਉਹ ਕਹਿੰਦੇ ਨੇ ਕਿ ਜਦੋਂ ਸੱਚ ਦੀ ਸੁਪਰੀਮ ਅਵਸਥਾ ਜਿਹੜੀ ਉੱਪਰ ਹੈ, ਉਹਨੂੰ ਉੱਥੋਂ ਤੱਕ ਪਹੁੰਚਣਾ ਇੰਨਾ ਲਾਜ਼ਮੀ ਆ। ਜੇ ਅਸੀਂ ਸੱਚ ਤੱਕ ਪਹੁੰਚ ਗਏ, ਉਸ ਉਪਦੇਸ਼ ਤੱਕ ਪਹੁੰਚ ਗਏ, ਤਾਂ ਸਾਰੀ ਦੁਨੀਆ ਬਿਲਕੁਲ ਇੱਕ ਸੁਰਤਾ 'ਚ ਆ ਜਾਏਗੀ। ਪਰ ਸਾਡੇ ਲੀਡਰ, ਸਾਡੇ ਨੇਤਾ ਸਾਡੀ ਦੁਨੀਆ ਤੋਂ ਬਹੁਤ ਦੂਰ ਨੇ ਤੇ ਸੱਚੋਂ ਵੀ ਬਹੁਤ ਦੂਰ ਨੇ। ਇਸ ਕਰਕੇ ਉਹੀ ਹਾਲ ਬਾਹਰਲੇ ਦੇਸ਼ਾਂ ਦਾ, ਉਹੀ ਹਾਲ ਇੰਡੀਆ ਦਾ ਵਾ। ਤੇ ਲੋਕ ਆਪਣੇ ਬੜੇ ਸੁਰਖਰੂ ਅਵਸਥਾ 'ਚ ਆ ਕੇ ਕਮਾਈ ਕਰ ਰਹੇ ਆ, ਰੋਟੀ ਖਾ ਰਹੇ ਆ, ਔਰ ਆਪਣਾ ਜੀਵਨ ਦਾ ਨਿਰਵਾਹ ਕਰ ਰਹੇ ਆ। ਔਰ ਜਿਹੜਾ ਕਹਿੰਦੇ ਨੇ ਨਾ ਕਿ ਵਾਰ ਫਰੀ ਦੁਨੀਆ ਹੋਣੀ ਚਾਹੀਦੀ ਹੈ, ਦੁਨੀਆ 'ਚ ਕੋਈ ਜੰਗ ਨਹੀਂ ਹੋਣੀ ਚਾਹੀਦੀ, ਇਹ ਯੂਟੋਪੀਆ ਹੈ, ਕਲਪਨਾ ਵਾਲੀ ਦੁਨੀਆ ਹੈ, ਕਲਪਨਾ ਲੋਕ ਹੈ, ਐਸਾ ਨਹੀਂ ਹੈ। ਹਰ ਚੀਜ਼ ਸੱਚ ਹੋ ਸਕਦੀ ਹੈ। ਬਿਲਕੁਲ। ਕਿਉਂਕਿ ਇਨਸਾਨ ਇਦਾਂ ਦਾ ਹੈ ਕਿ ਜਿਸ ਚੀਜ਼ ਦਾ ਸੁਪਨਾ ਲਵੇ ਨਾ, ਉਸ ਚੀਜ਼ ਨੂੰ ਸੱਚ ਕਰ ਦਿੰਦਾ। ਇਨਸਾਨ ਇਦਾਂ ਦਾ ਬਣਾਇਆ ਕੁਦਰਤ ਨੇ। ਆਪਾਂ ਚੱਲਦੇ ਹਾਂ ਜੀ, ਔਰ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।